ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਰ, ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਬੰਦੋਂ ਬਾਰ ਬਾਰ ਜਗਦੀਸਾ। ਜਿਸਮੈ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੌੜਿਆ ਹੋਤੋ ਪਰਯੰਕ ਪਰ, ਮੱਖਣ ਸਿੱਖ ਵਿਸਾਲ। ਉੱਚੇ ਬਾਕ ਪੁਕਾਰ ਤੇ ਪਹੁੰਚੇ ਸੋ ਤਤਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨਾਂ 'ਚ ਹਾਜ਼ਰੀਆਂ ਭਰ ਕੇ ਗੁਰੂ ਕੀ ਬਾਣੀ ਦੇ ਲਾਹੇ ਪ੍ਰਾਪਤ ਕੀਤੇ ਹਨ। ਆਓ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਆਪਣੀ ਸੁਰਤੀ ਜੋੜੀਏ। ਜਿਸ ਵੇਲੇ ਬਾਬੇ ਧੀਰਮਲ ਦੇ ਬੰਦਿਆਂ ਨੇ ਸਤਿਗੁਰੂ ਮਹਾਰਾਜ ਦਾ ਡੇਰਾ ਲੁੱਟਿਆ, ਤਾਂ ਇਸ ਗੱਲ ਦਾ ਗੁਰੂ ਕੇ ਸਿੱਖਾਂ ਨੇ ਬੜਾ ਦੁੱਖ ਮਨਾਇਆ। ਉਹ ਗੁਰੂ ਕੇ ਸਿੱਖ ਇਸ ਗੱਲ ਦੀ ਖਬਰ ਲੈ ਕੇ ਜਦੋਂ ਬਾਬੇ ਮੱਖਣ ਸ਼ਾਹ ਕੋਲ ਪਹੁੰਚੇ ਹਨ, ਬਾਬਾ ਮੱਖਣ ਸ਼ਾਹ ਦੁਪਹਿਰ ਦੇ ਸਮੇਂ ਕੁਝ ਘੜੀ ਆਰਾਮ ਕਰਨ ਲਈ ਆਪਣੇ ਪਲੰਘੇ ਤੇ ਲੇਟਿਆ ਸੀ ਆਪਣੇ ਡੇਰੇ ਵਿੱਚ। ਉਸ ਨੂੰ ਜਾ ਕੇ ਜਿਵੇਂ ਇਹ ਖਬਰ ਦਿੱਤੀ ਹੈ, ਉਹ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੌੜਿਆ ਹੋਤੋ ਪਰਯੰਕ ਪਰ, ਉਸ ਵੇਲੇ ਮੱਖਣ ਸ਼ਾਹ ਪਲੰਘ ਦੇ ਉੱਤੇ ਲੇਟਿਆ ਹੋਇਆ ਸੀ। ਮੱਖਣ ਸਿੱਖ ਵਿਸਾਲ, ਜੋ ਗੁਰੂ ਘਰ ਦਾ ਮਹਾਨ ਸਿੱਖ ਸੀ। ਉੱਚੇ ਬਾਕ ਪੁਕਾਰ ਤੇ ਉਹਦੇ ਕੋਲ ਪਹੁੰਚੇ ਹਨ ਗੁਰੂ ਕੇ ਸਿੱਖ, ਉੱਚੀ ਪੁਕਾਰ ਕਰਦੇ ਹੋਏ। ਪਹੁੰਚੇ ਸੋ ਤਤਕਾਲ, ਉਹ ਪਿੰਡ ਵਾਸੀ ਜਾਂ ਗੁਰੂ ਕੇ ਪਿਆਰੇ ਸਿੱਖ ਖਬਰ ਦੇਣ ਵਾਸਤੇ ਮੱਖਣ ਸ਼ਾਹ ਕੋਲ ਪਹੁੰਚ ਗਏ। ਚੌਪਈ ਮੱਖਣ ਸ਼ਾਹ ਪਰੇ ਹੋ ਕਹਾ, ਮੱਖਣ ਸ਼ਾਹ ਨੂੰ ਕਹਿਣ ਲੱਗੇ, ਹੈ ਸ਼ਾਹ ਜੀ ਤੁਸੀਂ ਕਿਵੇਂ ਪਏ ਹੋ? ਪਇਓ ਬਿਗਨ ਸਤਿਗੁਰ ਘਰ ਮਹਾ, ਗੁਰੂ ਘਰ ਵਿੱਚ ਤਾਂ ਬੜਾ ਵਿਘਨ ਪੈ ਗਿਆ ਹੈ। ਜੋ ਤਾ ਦਰਬ ਜਾਏ ਅਰ ਪਾਵਾ, ਜੋ ਤੂੰ ਗੁਰੂ ਮਹਾਰਾਜ ਨੂੰ ਜਾ ਕੇ 500 ਮੋਹਰਾਂ ਭੇਟਾ ਕੀਤੀਆਂ ਸਨ, ਅਰ ਸਿੱਖੀਆਂ ਕੋ ਜਿਤਕ ਚੜਾਵਾ। ਔਰ ਗੁਰੂ ਕੇ ਸਿੱਖਾਂ ਦੀ ਜੋ ਕਾਰ ਭੇਟਾ ਚੜਾਵਾ ਚੜਿਆ ਸੀ, ਤੀਰ ਮੱਲ ਸੁਨ ਕੈ ਅਨ ਖਾਇਓ। ਉਹ ਖਬਰ ਸੁਣ ਕੇ ਬਾਬਾ ਧੀਰਮਲ ਬੜਾ ਗੁੱਸਾ ਖਾ ਗਿਆ। ਕਰਤ ਅਸੂਆ ਲੋਭ ਵਧਾਇਓ, ਧੀਰ ਖਾਲੂ ਧੀਰਮਲ ਲਾਲਚ ਵਿੱਚ ਆ ਗਿਆ। ਸੰਗ ਮਸੰਦ ਕਿਤਕ ਦੇ ਸੂਰ, ਉਹਨੇ ਆਪਣੇ ਸੀਹੇ ਮਸੰਦ ਦੇ ਨਾਲ ਕੁਝ ਬੰਦੇ ਤੋਰ ਦਿੱਤੇ। ਪਠ ਦੀਨੇ ਕਰ ਰਿਦਾ ਕਰੂਰ, ਬੜੇ ਹੰਕਾਰ ਦੇ ਨਾਲ ਸੀਹੇ ਮਸੰਦ ਬਹੁਤ ਸਾਰੇ ਲੱਠਮਾਰ ਬੰਦੂਕਾਂ ਵਾਲੇ ਬੰਦੇ ਲੈ ਕੇ ਗੁਰੂ ਘਰ ਆ ਗਿਆ। ਸੋ ਚਲ ਆਏ ਕੋ ਕਰਮ ਕਮਾਵਾ, ਹੇ ਮੱਖਣ ਸ਼ਾਹ ਜੀ, ਉਹਨਾਂ ਬੰਦਿਆਂ ਨੇ ਆ ਕੇ ਗੁਰੂ ਘਰ ਵਿੱਚ ਬੜਾ ਉਪਦਰਵ ਕੀਤਾ ਹੈ। ਸਨਮੁਖ ਸਤਿਗੁਰ ਤਪਕ ਚਲਾਵਾ, ਉਹਨਾਂ ਨੇ ਤਾਂ ਸਤਿਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚਲਾਈ ਹੈ। ਛੋਇ ਲਾਰ ਗਿਰ ਪਰੀ ਅਗਾਰੀ, ਔਰ ਉਹਨਾਂ ਦੀ ਗੋਲੀ ਮਹਾਰਾਜ ਦੇ ਮੱਥੇ 'ਚ ਵੱਜੀ ਹੈ, ਪਰ ਮਾੜੀ ਜੀ ਛੂ ਕੇ ਅੱਗੇ ਡਿੱਗ ਪਈ ਹੈ। ਭਾਵ ਗੋਲੀ ਸਤਿਗੁਰੂ ਜੀ ਦਾ ਬਹੁਤਾ ਨੁਕਸਾਨ ਨਹੀਂ ਕਰ ਸਕੀ। ਪਰਮੇਸ਼ਰ ਨੇ ਆਪ ਸਤਿਗੁਰੂ ਜੀ ਨੇ ਰੱਖਿਆ ਕੀਤੀ ਹੈ। ਨਿਜ ਅਜ਼ਮਤ ਕਰ ਬਚੇ ਵਿਚਾਰੀ, ਸਤਿਗੁਰੂ ਜੀ ਆਪਣੀ ਕਲਾ ਨਾਲ ਆਪਣੀ ਸ਼ਕਤੀ ਨਾਲ ਬਚ ਗਏ ਹਨ। ਤੁਮ ਜੋ ਦਰਬ ਦੀਨ ਸੋ ਲੀਨਾ, ਹੇ ਸ਼ਾਹ ਜੀ, ਜਿਹੜਾ ਤੁਸੀਂ 500 ਮੋਹਰਾਂ ਤੇ ਹੋਰ ਬਹੁਤ ਸਾਰੇ ਤੋਹਫੇ ਤੇ ਬਸਤਰ ਆਦਿਕ ਭੇਟਾਵਾਂ ਦੇ ਕੇ ਆਏ ਸੀ,
ਉਹ ਸਾਰੀਆਂ ਸੀਆਂ ਮਸੰਦ ਧੀਰਮਲ ਦੇ ਡੇਰੇ ਲੈ ਗਿਆ ਹੈ। ਅਪਰ ਸਮਾਜ ਸੁਖ ਸੋਟਨ ਕੀਨਾ। ਗੁਰੂ ਘਰ ਦਾ ਹੋਰ ਵੀ ਜਿਹੜਾ ਸਾਜੋ ਸਮਾਨ ਸੀ ਉਹ ਵੀ ਚੁੱਕ ਕੇ ਲੈ ਗਿਆ ਹੈ। ਬਾਸਨ ਹੋਤੇ ਰਸੋਈ ਕੇਰੇ। ਇਥੋਂ ਤੱਕ ਵੀ ਗੁਰੂ ਘਰ ਦੀ ਰਸੋਈ ਦੇ ਜਿਹੜੇ ਭਾਂਡੇ ਸਨ ਲੰਗਰ ਦੇ ਉਹ ਵੀ ਚੁੱਕ ਕੇ ਲੈ ਗਿਆ ਸੀਆਂ ਮਸੰਦ। ਇਤਿਆਦ ਕਲੇ ਵਸਤ ਕਨੇਰੇ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕੀਮਤੀ ਵਸਤੂਆਂ ਗੁਰੂ ਘਰ ਤੋਂ ਸੰਗਤਾਂ ਦੀਆਂ ਭੇਟਾਵਾਂ ਸਭ ਕੁਝ ਚੁੱਕ ਕੇ ਲੈ ਗਿਆ। ਕਰ ਅਪਮਾਨ ਬਾਕਦਰ ਕਹੇ। ਔਰ ਬਲਕਿ ਗੁਰੂ ਸਾਹਿਬ ਜੀ ਨੂੰ ਬੜੇ ਅਪਮਾਨਜਨਕ ਸ਼ਬਦ ਬੋਲਿਆ ਹੈ, ਬੜੀ ਤਾੜਨਾ ਕੀਤੀ ਹੈ, ਬੜੇ ਕੌੜੇ ਬਚਨ ਸੀਏ ਮਸੰਦ ਨੇ ਆਖੇ ਹਨ। ਨਹੀਂ ਤਰਾਸ ਦੂਸਰ ਕੋ ਲਹੇ। ਔਰ ਕਿਸੇ ਦਾ ਡਰ ਨਹੀਂ ਮੰਨਦਾ, ਕਿਉਂਕਿ ਧੀਰਮਲ ਬਹੁਤ ਹੰਕਾਰਿਆ ਹੋਇਆ ਹੈ ਤੇ ਉਹਦੇ ਮਸੰਦ ਵੀ ਬੜੇ ਬੁਰਛੇ ਹਨ। ਖਾਸ ਕਰਕੇ ਸੀਆਂ ਮਸੰਦ ਬਖਸ਼ਣ ਯੋਗ ਨਹੀਂ ਹੈ। ਮਨ ਭਾਵਤ ਕਰ ਕੈ ਸਭ ਬਾਤ। ਇਹ ਸਾਰੀਆਂ ਗੱਲਾਂ ਉਹਨਾਂ ਨੇ ਆਪਣੀ ਮਨ ਮਰਜ਼ੀ ਨਾਲ ਕੀਤੀਆਂ ਹਨ, ਮਨ ਆਈਆਂ ਕੀਤੀਆਂ ਹਨ। ਚਾਹਤ ਹੋਤੇ ਸਤ ਗੁਰ ਕੋ ਘਾਤ। ਉਹ ਤਾਂ ਗੁਰੂ ਸਾਹਿਬ ਜੀ ਨੂੰ ਜਾਨ ਤੋਂ ਮਾਰਨਾ ਚਾਹੁੰਦੇ ਸਨ, ਪਰ ਇਹ ਤਾਂ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਵੀ ਗੁਰੂ ਸਾਹਿਬ ਜੀ ਦੀ ਰੱਖਿਆ ਹੋਈ ਹੈ। ਹੋਤੀ ਨਿਕਟ ਨਾ ਜੇਤਨ ਮਾਤ। ਜੇ ਮਾਤਾ ਨਾਨਕੀ ਜੀ ਕੋਲ ਨਾ ਹੁੰਦੇ ਤਾਂ ਉਹਨਾਂ ਨੇ ਹੋਰ ਉਪਦਰਵ ਕਰਨਾ ਸੀ। ਇਹ ਤਾਂ ਮਾਤਾ ਜੀ ਦੇ ਦਬਕੇ ਕਰਕੇ ਉਹਨਾਂ ਦਾ ਪ੍ਰਭਾਵ ਹੈ। ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਿਲ ਜੋ ਹਨ, ਸਾਰਾ ਪੰਥ ਉਹਨਾਂ ਨੂੰ ਮੰਨਦਾ ਹੈ। ਉਹਨਾਂ ਦੇ ਸਾਹਮਣੇ ਨਹੀਂ ਕੋਈ ਕੁਸਕ ਸਕਿਆ, ਪਰ ਮਸੰਦਾਂ ਨੇ ਬੁਰਛਾਗਰਦੀ ਬਹੁਤ ਕੀਤੀ ਹੈ। ਜੇਤ ਨਾ ਰਹਿਨ ਤੇਤ ਕਿਸ ਭਾਂਤ। ਜੇ ਮਾਤਾ ਜੀ ਨਾ ਹੁੰਦੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਉਂਦਾ ਨਾ ਛੱਡਦੇ ਮਸੰਦ। ਤਰਜ ਤਰਜ ਕਰ ਬਰਜ ਹਟਾਏ। ਮਾਤਾ ਜੀ ਨੇ ਬੜੀ ਤਾੜਨਾ ਕਰਕੇ ਬਹੁਤ ਝਿੜਕਾਂ ਦੇ ਕੇ ਉਹਨਾਂ ਨੂੰ ਮੋੜਿਆ ਪਿੱਛੇ, ਨਹੀਂ ਤਾਂ ਉਹ ਤਾਂ ਬਹੁਤ ਜ਼ਿਆਦਾ ਪਾਪ ਕਰਨ ਤੇ ਉਤਰ ਆਏ ਸਨ। ਕੌਣ ਅਹੋਤਮ ਕਿਤ ਤੇ ਆਏ। ਮਾਤਾ ਨੇ ਝਿੜਕਿਆ ਵੀ ਕੌਣ ਹੋ ਤੁਸੀਂ, ਕਿੱਥੋਂ ਆ ਗਏ ਗੁਰੂ ਘਰ ਦੇ ਵਿੱਚ ਇਹ ਉਪਦਰਵ ਕਰਨ ਵਾਸਤੇ, ਖਰੂਦ ਪਾਉਣ ਵਾਸਤੇ। ਸ਼੍ਰੀ ਗੁਰੂ ਹਰਗੋਬਿੰਦ ਕੀ ਦਾਰਾ। ਕਿਉਂਕਿ ਮਹਾਰਾਜ 6ਵੇਂ ਪਾਤਸ਼ਾਹ ਦੀ ਧਰਮ ਪਤਨੀ ਹੈ ਮਾਤਾ ਨਾਨਕੀ, ਉਹਨਾਂ ਦਾ ਪ੍ਰਭਾਵ ਕੁਦਰਤੀ ਹੈ। ਸਤਿਗੁਰੂ ਪਾਤਸ਼ਾਹ ਮਹਾਬਲੀ 6ਵੇਂ ਪਾਤਸ਼ਾਹ ਦਾ ਤਾਂ ਦੁਨੀਆ ਵਿੱਚ ਕੋਈ ਸ਼ਾਨੀ ਹੋਇਆ ਨਹੀਂ। ਐਡੇ ਮਹਾਬਲੀ ਸੂਰਬੀਰ ਯੋਧੇ ਹੋਏ ਨੇ। ਉਹਨਾਂ ਦੀ ਪਤਨੀ ਹੈ ਮਾਤਾ ਨਾਨਕੀ, ਜਿਸ ਕਰਕੇ ਉਹਨਾਂ ਦੇ ਸਾਹਮਣੇ ਮਸੰਦਾਂ ਦੀ ਕੋਈ ਜ਼ਰੂਰਤ ਨਹੀਂ ਪਈ ਬੋਲ ਜਾਣ, ਪਰ ਉਹ ਮਸੰਦ ਵੀ ਆਪਣੇ ਵੱਲੋਂ ਕੋਈ ਘੱਟ ਗੁਜ਼ਾਰਨ ਨਹੀਂ ਸਨ ਆਏ। ਦੀਰਘ ਦਰਸ਼ਨ ਤੇਜ ਉਦਾਰਾ। ਬੜਾ ਉਹਨਾਂ ਦਾ ਤੇਜ ਪ੍ਰਤਾਪ ਹੈ ਮਾਤਾ ਨਾਨਕੀ ਜੀ ਦਾ, ਬੜੇ ਦੀਰਘਦਰਸ਼ੀ ਹਨ। ਰਛਿਆ ਸਤ ਕੀ ਸਭ ਵਿਦ ਕਰੀ। ਉਹਨਾਂ ਨੇ ਆਪਣੇ ਪੁੱਤਰ ਤੇਗ ਬਹਾਦਰ ਨੂੰ ਬਚਾ ਲਿਆ ਹੈ, ਨਹੀਂ ਤਾਂ ਸਤਿਗੁਰੂ ਜੀ ਨੂੰ ਮਾਰਨ ਹੀ ਆਏ ਸਨ ਦੁਸ਼ਟ ਬੰਦੇ। ਜਬ ਲੋ ਟਿਕ ਤਬ ਲੋ ਤਹ ਖਰੀ। ਜਿੰਨਾ ਚਿਰ ਉਹ ਬੰਦੇ ਉੱਥੇ ਰਹੇ ਨੇ, ਮਾਤਾ ਕੋਲ ਖੜੀ ਰਹੀ ਹੈ। ਇਹ ਬੁਰਛੇ ਗੁਰੂ ਘਰ ਡੇਰਾ ਲੁੱਟਦੇ ਰਹੇ ਨੇ, ਮਾਤਾ ਝਿੜਕਦੀ ਰਹੀ ਹੈ। ਸਭ ਵਸਤੂ ਲੈ ਕਰ ਅਪਮਾਨਾ। ਬਲਕਿ ਸਾਰਾ ਸਾਜੋ ਸਮਾਨ ਚੁੱਕ ਕੇ ਲੈ ਗਏ ਨੇ ਤੇ ਗੁਰੂ ਘਰ ਦਾ ਬਹੁਤ ਨਿਰਾਦਰ ਕੀਤਾ ਹੈ। ਗਏ ਨਿਰਭੈ ਹੋਏ ਆਪਣੇ ਥਾਨਾ। ਤੇ ਬੜੀ ਬੇਖੌਫੀ ਨਾਲ ਬੇਡਰ ਹੋ ਕੇ ਉਹਨਾਂ ਨੇ ਇਹ ਲੁੱਟਮਾਰ ਕੀਤੀ ਹੈ। ਸਾਰਾ ਸਾਜੋ ਸਮਾਨ ਚੁੱਕ ਕੇ ਧੀਰਮਲ ਦੇ ਡੇਰੇ ਲੈ ਗਏ ਨੇ। ਸ਼੍ਰੀ ਗੁਰੂ ਤੇਗ ਬਹਾਦਰ ਧੀਰ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬੜੇ ਧੀਰਜਵਾਨ, ਸ਼ਾਂਤ, ਉਹ ਨਹੀਂ ਬੋਲੇ ਕੁਛ ਵੀ, ਚੁੱਪ ਕਰਕੇ ਸ਼ਾਂਤ ਬੈਠੇ ਰਹੇ ਹਨ। ਭਾਵੇਂ ਉਹਨਾਂ ਦੇ ਮੱਥੇ ਚੋਂ ਗੋਲੀ ਦੇ ਵੱਜਣ ਕਰਕੇ ਥੋੜਾ ਜਿਹਾ ਲਹੂ ਵੀ ਵਗਿਆ ਹੈ। ਤੁਝ ਤੇ ਆਗੇ ਸਦਾ ਗੰਭੀਰ। ਉਹ ਇਹ ਪਹਿਲਾਂ ਤੋਂ ਹੀ ਤੁਹਾਡੇ ਮੱਖਣ ਸ਼ਾਹ ਜੀ, ਤੁਹਾਡੇ ਆਉਣ ਤੋਂ ਪਹਿਲਾਂ ਤੋਂ ਹੀ ਜਦੋਂ ਦੇ ਅਸੀਂ ਦੇਖਦੇ ਹਾਂ, ਉਹ ਗੰਭੀਰ ਸੁਭਾਅ ਦੇ ਹਨ, ਬਹੁਤ ਗੈਰ ਗੰਭੀਰ ਬਿਰਤੀ ਹੈ। ਉਹਨਾਂ ਨੂੰ ਇਸ ਸੰਸਾਰ ਦੀ ਮੋਹ ਮਾਇਆ, ਸੰਸਾਰ ਦਾ ਕਿਸੇ ਪ੍ਰਕਾਰ ਦਾ ਵੀ ਕੋਈ ਰਾਗ ਦਵੇਸ਼ ਨਹੀਂ ਪੈਦਾ ਹੁੰਦਾ ਮਨ ਦੇ ਵਿੱਚ। ਐਸੀ ਉਹਨਾਂ ਦੀ ਬਿਰਤੀ ਹੈ ਵੀ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਇਹੋ ਜਿਹੀ ਬਿਰਤੀ ਦੇ ਮਾਲਕ ਹਨ। ਨਹੀਂ ਅਵਗਿਆ ਕਾਹੂ ਕੀਨਸ। ਉਹਨਾਂ ਨੇ ਕਦੀ ਕਿਸੇ ਦੀ ਅਵਗਿਆ ਨਹੀਂ ਕੀਤੀ, ਕਦੀ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਿਆ, ਬਲਕਿ ਉਹ ਤਾਂ ਸਭ ਦਾ ਭਲਾ ਕਰਨ ਵਾਲੇ ਸਾਧੂ ਪੁਰਸ਼ ਹਨ। ਪਤ ਸਮੇਤ ਨਿਜ ਘਰ ਸੁਖ ਪੀਨਸ। ਤੇ ਆਪਣੇ ਘਰ ਦੇ ਵਿੱਚ ਰਹਿੰਦੇ ਉਹਨਾਂ ਦੀ ਧਰਮ ਪਤਨੀ ਮਾਤਾ ਗੁਜਰੀ ਜੀ
ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਮਾਤਾ ਨਾਨਕੀ ਜੀ ਤੇ ਗੁਰੂ ਤੇਗ ਬਹਾਦਰ ਜੀ ਤਿੰਨੇ ਹੀ ਰਹਿੰਦੇ ਹਨ। ਤੈ ਅਬ ਆਏ ਗੁਰੂ ਬਿਦਤਾਵਾ। ਉੱਥੇ ਆ ਕੇ ਤੁਸੀਂ ਮੱਖਣ ਸ਼ਾਹ ਜੀ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਗਟ ਕੀਤਾ ਹੈ। ਨਹੀਂ ਤਾਂ ਪਿੰਡ ਦੇ ਵਿੱਚ ਵੀ ਲੋਕਾਂ ਨੂੰ ਉਹਨਾਂ ਬਾਰੇ ਕੋਈ ਬਹੁਤਾ ਪਤਾ ਨਹੀਂ ਸੀ ਵੀ ਇੱਥੇ ਕੋਈ ਮਹਾਂਪੁਰਸ਼ ਰਹਿੰਦਾ ਹੈ। ਉਹ ਤਾਂ ਇੱਕ ਸਿੰਪਲ ਜਿਹਾ ਸਾਦਾ ਜਿਹਾ ਬਿਲਕੁਲ ਫਕੀਰਾਂ ਵਾਲਾ ਬਿਲਕੁਲ ਹੀ ਦੁਨੀਆ ਤੋਂ ਨਿਰਾਲਮ ਜੀਵਨ ਬਤੀਤ ਕਰ ਰਹੇ ਸਨ। ਅਦਕ ਦਰਬ ਅਰਪਿਓ ਅਰਪਾਵਾ। ਤੁਸੀਂ ਉਹਨਾਂ ਨੂੰ ਮੱਥਾ ਟੇਕਿਆ, 500 ਮੋਹਰਾਂ ਚੜਾਈਆਂ, ਬਹੁਤ ਸਾਰੇ ਸੁੰਦਰ ਵਸਤਰ ਭੇਟਾ ਕੀਤੇ ਔਰ ਬਹੁਤ ਸਾਰੀ ਸੰਗਤ ਨੇ ਵੀ ਆਪਣੀ ਮਾਇਆ ਕਾਰ ਭੇਟਾ ਉਹਨਾਂ ਦੇ ਚਰਨਾਂ 'ਚ ਅਰਪਣ ਕੀਤੀ ਤੁਹਾਡਾ ਕਹਿਣਾ ਮੰਨ ਕੇ। ਜਾਂ ਤੇ ਬਿਗਨ ਭਏ ਸਮਦਾਏ। ਇਹ ਸ਼ਾਹ ਜੀ ਤੁਸੀਂ ਉਹਨਾਂ ਨੂੰ ਗੁਰੂ ਕੀ ਬਣਾਇਆ ਹੈ ਬਲਕਿ ਮੁਸੀਬਤਾਂ 'ਚ ਪਾ ਦਿੱਤਾ ਹੈ। ਸ਼ਾਹ ਜੀ ਉਹ ਤਾਂ ਫਕੀਰ ਆਦਮੀ ਹਨ, ਸਾਧੂ ਹਨ, ਕਿਸੇ ਨਾਲ ਲੈਣ ਦੇਣ ਨਹੀਂ, ਨਾ ਕਿਸੇ ਨਾਲ ਦੋਸਤੀ ਹੈ ਨਾ ਕਿਸੇ ਨਾਲ ਵੈਰ ਹੈ। ਤੁਸੀਂ ਉਹਨਾਂ ਨੂੰ ਇਸ ਵੈਰ ਵਿਰੋਧ ਦੇ ਚੱਕਰ ਵਿੱਚ ਪਾ ਦਿੱਤਾ ਹੈ। ਜੋ ਅਬ ਤੁਝਕੋ ਦਏ ਸੁਨਾਏ। ਆ ਜਿਹੜੀਆਂ ਗੱਲਾਂ ਤੁਹਾਨੂੰ ਦੱਸੀਆਂ ਨੇ ਇਹ ਹੋਈਆਂ ਨੇ ਤੇ ਅਸੀਂ ਵੇਖ ਕੇ ਆਏ ਹਾਂ। ਸਾਰਾ ਕੁਝ ਗੁਰੂ ਘਰ ਦਾ ਸਾਰਾ ਸਾਜੋ ਸਮਾਨ ਉਹ ਚੁੱਕ ਕੇ ਲੈ ਗਏ ਹਨ। ਕਾਰਨ ਕਸ਼ਟ ਦੇਣ ਕੋ ਹੋਵਾ। ਬਹੁਤ ਵੱਡਾ ਜਿਹੜਾ ਤੁਸੀਂ ਉਹਨਾਂ ਨੂੰ ਭੇਟਾ ਦਿੱਤੀ ਹੈ ਉਹਦਾ ਕਸ਼ਟ ਮਹਾਰਾਜ ਭੋਗ ਰਹੇ ਨੇ। ਤੁਸੀਂ ਤਾਂ ਉਹਨਾਂ ਦੀ ਸੇਵਾ ਕੀਤੀ ਹੈ ਆਪਣੇ ਵੱਲੋਂ, ਪਰ ਮਹਾਰਾਜ ਨੂੰ ਤਾਂ ਉਹਦਾ ਫਾਇਦਾ ਨਹੀਂ ਹੋਇਆ ਬਲਕਿ ਨੁਕਸਾਨ ਕਸ਼ਟ ਭੋਗਣਾ ਪਿਆ ਹੈ ਸਤਿਗੁਰੂ ਜੀ ਨੂੰ। ਭਲੋ ਆਏ ਗੁਰ ਦਰਸ਼ਨ ਜੋਵਾ। ਸ਼ਾਹ ਜੀ ਤੁਸੀਂ ਚੰਗੇ ਦਰਸ਼ਨ ਕੀਤੇ ਗੁਰੂ ਸਾਹਿਬ ਦੇ। ਤੁਸੀਂ ਜੇ ਨਾ ਆਉਂਦੇ ਤੇ ਘੱਟੋ ਘੱਟ ਗੁਰੂ ਸਾਹਿਬ ਨੂੰ ਆਹ ਕਸ਼ਟ ਤਾਂ ਨਾ ਵੇਖਣਾ ਪੈਂਦਾ। ਤੁਸੀਂ ਆ ਕੇ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਤੇ ਮਹਾਰਾਜ ਨੂੰ ਮੁਸੀਬਤ ਦੇ ਮੂੰਹ 'ਚ ਪਾ ਦਿੱਤਾ ਹੈ। ਸੁਣ ਮੱਖਣ ਕੇ ਪਇਓ ਬਿਖਾਦ। ਸੁਣ ਕੇ ਮੱਖਣ ਸ਼ਾਹ ਦੇ ਮਨ ਦੇ ਵਿੱਚ ਬੜਾ ਦੁੱਖ। ਇਹ ਜਦੋਂ ਗੱਲ ਸੁਣੀ ਨਾ ਮੱਖਣ ਸ਼ਾਹ ਨੇ ਉਹਨੂੰ ਬਹੁਤ ਜ਼ਿਆਦਾ ਦੁੱਖ ਲੱਗਾ। ਹੱਦ ਹੋਵਤ ਪਾ ਔਰ ਅਹਲਾਦ। ਜਿਹੜੀ ਮਨ 'ਚ ਖੁਸ਼ੀ ਹੋਈ ਸੀ ਨਾ ਅੱਜ ਉਹ ਸਾਰੀ ਖੁਸ਼ੀ ਉੱਡ ਗਈ। ਮਨ ਦੁਖੀ ਹੋ ਗਿਆ। ਕਹਿਣ ਲੱਗਾ ਹੈ ਇਹ ਕੀ ਹੋ ਗਿਆ? ਮੈਂ ਉਹਨਾਂ ਮਹਾਂਪੁਰਸ਼ਾਂ ਨੂੰ ਕਿਹੜੀ ਮੁਸੀਬਤ 'ਚ ਫਸਾ ਦਿੱਤਾ ਹੈ? ਉਹ ਤਾਂ ਇਹ ਕਹਿੰਦੇ ਸੀ ਵੀ ਤੇਰਾ ਕੰਮ ਹੋ ਗਿਆ ਤੂੰ ਹੁਣ ਜਾ ਤੇ ਸਾਨੂੰ ਪ੍ਰਗਟ ਨਾ ਕਰ, ਪਰ ਮੈਂ ਮੱਲੋ ਮੱਲੀ ਸਾਰੇ ਪਾਸੇ ਢੰਡੋਰਾ ਪਿੱਟ ਦਿੱਤਾ। ਗੁਰੂ ਲਾਧੋ ਰੇ ਗੁਰੂ ਲਾਧੋ ਰੇ। ਗੁਰੂ ਸਾਹਿਬ ਦੇ ਸੰਗਤਾਂ ਦਰਸ਼ਨ ਕਰ ਰਹੀਆਂ। ਮੈਂ ਸੋਚਿਆ ਵੀ ਗੁਰੂ ਮਹਾਰਾਜ ਦੀ ਹੁਣ ਕਿਰਪਾ ਹੋਵੇਗੀ, ਸੰਗਤਾਂ ਦੀ ਭਟਕਣਾ ਮਿਟੇਗੀ, ਗੁਰੂ ਤੇ ਸਿੱਖਾਂ ਦਾ ਆਪਸ ਵਿੱਚ ਸੰਬੰਧ ਬਣੇਗਾ। ਮੈਂ ਤਾਂ ਸੋਚਿਆ ਭਲਾ ਸੀ, ਪਰ ਹੋ ਗਿਆ ਬੁਰਾ, ਉਲਟਾ ਕੰਮ ਹੋ ਗਿਆ। ਮੈਂ ਤਾਂ ਗੁਰੂ ਸਾਹਿਬ ਨੂੰ ਮੁਸੀਬਤਾਂ 'ਚ ਪਾ ਦਿੱਤਾ ਹੈ। ਕਿਸ ਕੋ ਗਹਿਓ ਤੀਰਮਲ ਓਟਾ। ਤੀਰਮਲ ਨੇ ਪਤਾ ਨਹੀਂ ਕਿਹਦੇ ਸਹਾਰੇ ਕੰਮ ਕੀਤਾ ਹੈ। ਕੋਈ ਪਿੱਛੋਂ ਸ਼ਹਿ ਹੈ ਤੀਰਮਲ ਨੂੰ, ਕੋਈ ਨਾ ਕੋਈ ਉਹਦਾ ਕੋਈ ਮਦਦਗਾਰ ਹੈ, ਜਾਂ ਉਹਦੇ ਕੋਲ ਪੈਸਾ ਬਹੁਤਾ ਹੈ, ਜਾਂ ਉਹਦੇ ਕੋਲ ਬੰਦੇ ਜ਼ਿਆਦਾ ਹਨ, ਜਾਂ ਕੋਈ ਸਰਕਾਰੀ ਬੰਦੇ ਉਹਦੀ ਮਦਦ ਕਰ ਰਹੇ ਹਨ। ਕੋਈ ਨਾ ਕੋਈ ਗੱਲ ਜ਼ਰੂਰ ਹੋਵੇਗੀ। ਕੀਨਸ ਕਰਮ ਜਾਹੇ ਅਸ ਖੋਟਾ। ਕਿਹਦੇ ਸਹਾਰੇ ਤੇ ਉਹਨੇ ਖੋਟਾ ਕੰਮ ਕੀਤਾ? ਐਡਾ ਮਰੀਚ ਕੰਮ ਤਾਂ ਕੋਈ ਵੀ ਨਹੀਂ ਕਰਦਾ। ਏਦਾਂ ਦੀ ਲੁੱਟਮਾਰ ਤੇ ਕਤਲੋ ਗਾਰਤ ਖੂਨ ਖਰਾਬੇ ਗੁਰੂਆਂ ਨਾਲ ਵੈਸੇ ਤਾਂ ਕਿਸੇ ਨਾਲ ਵੀ ਨਹੀਂ ਇਹ ਕੰਮ ਕਰਨਾ ਚਾਹੀਦਾ। ਮਹਾਰਾਜ ਦੀ ਬਾਣੀ ਤਾਂ ਕਹਿੰਦੀ ਵੀ ਸਾਰੇ ਹੀ ਸਾਡੇ ਭਰਾ ਹਨ, ਸਾਰੇ ਹੀ ਸਾਡੇ ਮਿੱਤਰ ਹਨ, ਪਰ ਧੀਰਮਲ ਨੇ ਖੋਟਾ ਕੰਮ ਕੀਤਾ ਹੈ। ਪਰ ਮੂਰਖਤਾ ਕਿਨਾ ਨਾ ਹੋਟਾ। ਮੂਰਖਪੁਣਾ ਕੀਤਾ ਹੈ ਧੀਰਮਲ ਨੇ ਤੇ ਉਸ ਨੂੰ ਕਿਸੇ ਨੇ ਰੋਕਿਆ ਵੀ ਨਹੀਂ ਕਿ ਧੀਰਮਲ ਦੇ ਘਰ ਵਿੱਚ ਕੋਈ ਚੰਗੀ ਸਲਾਹ ਦੇਣ ਵਾਲਾ, ਕੋਈ ਨੇਕ ਸਲਾਹਕਾਰ ਨਹੀਂ ਹੈ ਜਿਹੜਾ ਧੀਰਮਲ ਨੂੰ ਸਮਝਾਵੇ ਵੀ ਬਾਬਾ ਜੀ ਇਹ ਕੰਮ ਤੁਹਾਨੂੰ ਸੋਭਾ ਨਹੀਂ ਦਿੰਦੇ, ਤੁਸੀਂ ਗੁਰੂ ਹੋ ਤੇ ਫਿਰ ਗੁਰੂਆਂ ਵਾਲੇ ਕੰਮ ਕਰੋ, ਤੇ ਜੇ ਗੁਰੂ ਬਣ ਕੇ ਡਾਕੂਆਂ ਵਾਲੇ ਕੰਮ ਕਰਨੇ ਆ ਤਾਂ ਫੇਰ ਕੌਣ ਗੁਰੂ ਕਹੇਗਾ? ਹਾਂਜੀ, ਪਰ ਹੈ ਅਬ ਹੈ ਜਿਸ ਕਰਕੇ ਟੋਟਾ। ਕਹਿੰਦੇ ਜਿਸ ਦੇ ਘਰ ਹੁਣ ਬਾਬਾ ਮੱਖਣ ਸ਼ਾਹ ਸੋਚਦਾ ਵੀ ਹੁਣ ਟੋਟਾ ਪਵੇਗਾ, ਹੁਣ ਧੀਰਮਲ ਨੂੰ ਹੱਥ ਲਾਣੇ ਪੈਣਗੇ। ਇਹਾ ਦੇਸ਼ ਕਮ ਬਸ ਹੈ ਬਾਸ। ਜਿੱਥੇ ਧੀਰਮਲ ਵਰਗੇ ਡਾਕੂ ਹਨ ਉੱਥੇ ਦੇਸ਼ ਕਿਵੇਂ ਵਸ ਸਕਦਾ? ਇੱਥੋਂ ਦੇ ਲੋਕ ਕਿਵੇਂ ਸੁਖੀ ਵਸਣਗੇ? ਸਿੱਖਾਂ ਨੂੰ ਕਿੱਥੇ ਰਹਿਣ ਦੇਣਗੇ ਇਹ ਲੋਕ?
ਇਹ ਤਾਂ ਗੁਰੂ ਨੂੰ ਤੇ ਸਿੱਖਾਂ ਨੂੰ ਖਾ ਜਾਣਗੇ। ਇਹ ਤਾਂ ਲੁਟੇਰੇ ਹਨ ਸਾਰੇ। ਛੀਨਹਿ ਨਿਬਲਨ ਸਬਲ ਹੁਲਾਸ। ਇਸ ਤਰ੍ਹਾਂ ਤਾਂ ਫਿਰ ਕਮਜ਼ੋਰ ਬੰਦਿਆਂ ਨੂੰ ਤਾਕਤਵਰ ਲੁੱਟ ਲਿਆ ਕਰਨਗੇ। ਇਹ ਕੋਈ ਰਾਜ ਨਹੀਂ ਹੈ, ਇਹ ਕੋਈ ਸਰਕਾਰ ਨਹੀਂ ਹੈ, ਇਹ ਕੋਈ ਕਾਨੂੰਨ ਨਹੀਂ ਹੈ। ਇਹ ਤਾਂ ਜੰਗਲ ਰਾਜ ਹੋ ਗਿਆ। ਜਿਹਦਾ ਜ਼ੋਰ ਹੈ ਉਹ ਖਾ ਲਵੇ ਲੁੱਟ ਕੇ। ਇਹ ਮਾੜਾ ਕੰਮ ਹੋ ਗਿਆ ਹੈ। ਮਮ ਸਤ ਗੁਰ ਕੋ ਤਉ ਨਿਰਬਲ ਨਾਹੀ। ਕਹਿੰਦੇ ਮੇਰੇ ਮਮ ਸਤ ਗੁਰ ਤਉ ਨਿਰਬਲ ਨਾਹੀ। ਮਾਤਾ ਜਿਹੜੀ ਹੈ ਉਹ ਤਾਂ ਮਮ ਸਤਿਗੁਰ ਤੋਂ ਸਤਿਗੁਰ ਦਾ ਸਤ ਪੜ ਪਾਠ ਮਮ ਸਤਿਗੁਰ ਤੋਂ ਨਿਰਬਲ ਨਹੀਂ। ਧੀਰ ਮੱਖਣ ਸ਼ਾਹ ਸੋਚਦਾ ਵੀ ਮੇਰੇ ਸਤਿਗੁਰੂ ਤਾਂ ਕਮਜ਼ੋਰ ਨਹੀਂ ਹਨ। ਚਿਤ ਕਰ ਜਿਸ ਕੇ ਹੋਏ ਪਖ ਮਾਹੀ। ਜਿਹਦੇ ਵੱਲ ਉਹਨਾਂ ਦਾ ਹੱਥ ਹੋਵੇ ਉਹਦੀ ਹਾਰ ਨਹੀਂ ਹੋ ਸਕਦੀ। ਗੁਰੂ ਤਾਂ ਕੀ ਹਾਰੇਗਾ, ਗੁਰੂ ਦੇ ਸਿੱਖ ਵੀ ਨਹੀਂ ਹਾਰ ਸਕਦੇ। ਸਗਰੀ ਅਵਨੀ ਕੋ ਪਤ ਹਾਨ। ਸਾਰੀ ਧਰਤੀ ਦਾ ਮਾਲਕ ਹੋਣਾ, ਸਾਰੀ ਧਰਤੀ ਦਾ ਰਾਜਾ ਹੋਣਾ। ਇਸ ਜੈਸੇ ਕੀ ਗਿਣਤੀ ਕੌਣ। ਉਹ ਸਤਿਗੁਰੂ ਹੈ। ਸਤਿਗੁਰੂ ਸਾਰੇ ਖੰਡਾਂ ਬ੍ਰਹਮੰਡਾਂ ਦਾ ਮਾਲਕ ਹੈ। ਇਹ ਧੀਰਮਲ ਵਿਚਾਰੇ ਦੀ ਕੀ ਔਕਾਤ ਹੈ ਜਿਹੜਾ ਗੁਰੂਆਂ ਦੇ ਨਾਲ ਏਦਾਂ ਬਦਸਲੂਕੀ ਕਰੇ, ਆਪਣੀ ਕਰਾਮਾਤ ਦਿਖਾਵੇ। ਇਹ ਕੰਮ ਜਿਹੜਾ ਧੀਰਮਲ ਨੇ ਕੀਤਾ ਹੈ ਇਹ ਚੰਗਾ ਨਹੀਂ ਕੀਤਾ। ਤਦਪ ਮਹਿਮਾ ਸਤਿਗੁਰ ਗਰਵੀ। ਫਿਰ ਵੀ ਗੁਰੂ ਦੀ ਮਹਿਮਾ ਵੱਡੀ ਹੈ। ਗੁਰੂ ਫਿਰ ਵੀ ਸਹਾਰਾ ਕਰਦੇ ਨੇ। ਗੁਰੂਆਂ ਨੇ ਫਿਰ ਕੋਈ ਸਰਾਪ ਨਹੀਂ ਦਿੱਤਾ ਧੀਰਮਲ ਨੂੰ, ਕੋਈ ਬਚਨ ਨਹੀਂ ਅੱਗੋਂ ਕੌੜਾ ਕਿਹਾ। ਨਹੀਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਆਪ ਬੜੇ ਯੋਧੇ ਸਨ, ਸ਼ਸਤਰ ਧਾਰੀ ਸਨ, ਸ਼ਿਕਾਰ ਖੇਡਣ ਦੀ ਵਿਦਿਆ ਵੀ ਜਾਣਦੇ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਵਿੱਚ ਰਹਿ ਕੇ ਜੰਗ ਵੀ ਲੜੇ ਸਨ। ਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਆਪ ਹੀ ਤਲਵਾਰ ਚੁੱਕ ਕੇ ਖੜੇ ਹੋ ਜਾਂਦੇ ਤਾਂ ਸੀਏ ਮਸੰਦ ਵਰਗਿਆਂ ਨੂੰ ਝਟਕ ਦੇਣਾ ਸੀ ਮਿੰਟ ਵਿੱਚ। ਪਰ ਉਹਨਾਂ ਨੇ ਆਪਣੀ ਬਿਰਤੀ ਇਕਾਂਤ ਸ਼ਾਂਤ ਰੱਖੀ ਹੈ, ਕੋਈ ਪਰਵਾਹ ਨਹੀਂ ਕੀਤੀ। ਜੋ ਮਰਜ਼ੀ ਹੋ ਜਾਵੇ, ਵਾਧੇ ਘਾਟੇ ਨਫੇ ਨੁਕਸਾਨ, ਇਹਨਾਂ ਤੋਂ ਉੱਪਰ ਬਿਰਤੀ ਚਲੀ ਗਈ ਹੈ। ਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਵੱਡੀ ਮਹਾਨ ਮਹਿਮਾ ਦਾ ਪ੍ਰਗਟਾਵਾ ਬੜੀ ਧੀਰਜ ਨਾਲ ਕੀਤਾ ਹੈ। ਹੋਵਤ ਔਜ ਅਵਗਿਆ ਜਰਵੀ। ਉਹਨਾਂ ਨੇ ਜਿਹੜੀ ਅਵਗਿਆ ਸੀ ਉਹ ਜਰ ਲਈ। ਤਾਕਤ ਹੁੰਦਿਆਂ, ਮਾਣ ਹੁੰਦਿਆਂ ਹੋਏ ਨਿਮਾਣਾ, ਤਾਣ ਹੁੰਦਿਆਂ ਹੋਏ ਨਿਤਾਣਾ। ਮਹਾਂਪੁਰਸ਼ਾਂ ਨੇ ਬਾਣੀ 'ਚ ਲਿਖਿਆ ਹੀ ਹੈ ਵੀ ਜਿਹੜੇ ਮਹਾਂਪੁਰਸ਼ ਹੁੰਦੇ ਆ ਉਹ ਤਾਣ ਹੁੰਦਿਆਂ ਵੀ ਨਿਤਾਣੇ ਰਹਿੰਦੇ, ਮਾਣ ਹੁੰਦਿਆਂ ਨਿਮਾਣੇ ਰਹਿੰਦੇ। ਆਪਣੀ ਤਾਕਤ, ਆਪਣੀ ਸ਼ਕਤੀ ਦਾ ਪ੍ਰਦਰਸ਼ਨ ਨਹੀਂ ਕਰਦੇ। ਨਹੀਂ ਜਨਾਇਓ ਆਪਣੋ ਆਪ। ਆਪਣਾ ਆਪ ਨਹੀਂ ਜਣਾਉਂਦੇ। ਜਿਨ ਮਹਿ ਸਮਰਥ ਬਹਦ ਪ੍ਰਤਾਪ। ਜਿਨ੍ਹਾਂ ਦੇ ਵਿੱਚ ਬੜੀ ਸਮਰੱਥਾ ਹੈ, ਬੜਾ ਪ੍ਰਤਾਪ ਹੈ ਜਿਨ੍ਹਾਂ ਦਾ। ਤੀਨ ਲੋਕ ਮਹਿ ਕੋਇ ਨ ਐਸੇ। ਤਿੰਨਾਂ ਲੋਕਾਂ ਵਿੱਚ ਐਸਾ ਕੋਈ ਵੀ ਨਹੀਂ। ਸਮਤਾ ਧਰਹਿ ਗੁਰੂ ਚਿਤ ਜੈਸੇ। ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਰਾਬਰੀ ਕਰ ਸਕਦਾ ਹੋਵੇ। ਸਭ ਤੇ ਮਹਿਮਾ ਇਹ ਅਧਕਾਈ। ਸਾਰਿਆਂ ਤੋਂ ਵੱਧ ਕੇ ਮਹਿਮਾ ਜਿਹੜੀ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ। ਅਜਰ ਜਰਨ ਜੋ ਹਿਰਦੈ ਬਸਾਈ। ਕਹਿੰਦੇ ਅਜਰ ਨੂੰ ਜਰਨ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਬਹੁਤ ਵੱਡਾ ਹੌਸਲਾ, ਬਹੁਤ ਵੱਡੀ ਧੀਰਜ ਰੱਖੀ ਹੈ। ਅਸਨਰ ਕੌਣ ਹੈ ਜਗ ਮਾਹੀ। ਐਸਾ ਕੌਣ ਹੈ ਉਹ ਆਦਮੀ ਦੁਨੀਆ ਦੇ ਵਿੱਚ ਹੋਇ ਅਤ ਬਲੀ ਜਨਾ ਵਹਿ ਨਾਹੀ। ਜਿਹੜਾ ਬਲੀ ਹੋ ਕੇ ਆਪਣੇ ਬਲ ਨੂੰ ਜਰ ਲਵੇ। ਤਾਕਤ ਹੁੰਦਿਆਂ, ਸ਼ਕਤੀ ਹੁੰਦਿਆਂ ਵੀ ਕਿਸੇ ਨੂੰ ਨਾ ਸਰਾਪ ਦੇਣਾ, ਨਾ ਕੋਈ ਅੱਗੋਂ ਜ਼ੁਬਾਨ ਖੋਲਣੀ, ਨਾ ਅੱਗੋਂ ਕੋਈ ਹਥਿਆਰ ਚੁੱਕਣਾ, ਹਰ ਤਰ੍ਹਾਂ ਨਾਲ ਭਾਣਾ ਮੰਨ ਲਿਆ ਹੈ। ਇੱਕ ਸਤ ਗੁਰ ਬਿਨ ਅਪਰ ਨਬੀਓ। ਗੁਰੂ ਤੇਗ ਬਹਾਦਰ ਸਾਹਿਬ ਤੋਂ ਬਿਨਾਂ ਹੋਰ ਦੂਸਰਾ ਕੋਈ ਨਹੀਂ ਹੈ। ਆਪਣਾ ਹਾਨ ਕੋ ਚਹ ਕੀਓ। ਉਹਨਾਂ ਨੇ ਆਪਣੀ ਹਾਨੀ ਜਿਹੜੀ ਹੈ, ਆਪਣਾ ਨੁਕਸਾਨ, ਆਪਣਾ ਕਸ਼ਟ ਜਿਹੜਾ ਹੈ ਉਹ ਕਿਸੇ ਦੇ ਸਾਹਮਣੇ ਜ਼ਾਹਰ ਨਹੀਂ ਕੀਤਾ। ਨਹੀਂ ਤਾਂ ਕਿਸੇ ਨੂੰ ਕੋਈ ਤਕਲੀਫ ਦਵੇ ਤੇ ਉਹ ਰੌਲਾ ਪਾਉਂਦਾ ਵੀ ਮੇਰੇ ਨਾਲ ਆਹ ਹੋ ਰਿਹਾ, ਮੇਰੇ ਨਾਲ ਆਹ ਹੋ ਰਿਹਾ। ਗੁਰੂ ਨੇ ਇਹ ਵੀ ਨਹੀਂ ਕਿਸੇ ਨੂੰ ਲਾਂਭਾ ਦਿੱਤਾ, ਨਾ ਕੋਈ ਸ਼ਿਕਾਇਤ ਕੀਤੀ ਹੈ ਕਿਸੇ ਅੱਗੇ। ਉਦਾਂ ਹੀ ਸ਼ਾਂਤ ਬੈਠੇ ਰਹੇ ਹਨ। ਅਬ ਜੋ ਬਿਗਨ ਗੁਰ ਘਰ ਹੋਵਾ। ਹੁਣ ਜਿਹੜਾ ਗੁਰੂ ਘਰ ਦੇ ਵਿੱਚ ਬਿਗਨ ਪਿਆ ਹੈ, ਸਰਬ ਦੋਸ਼ ਮੈਂ ਆਪਣੋ ਜੋਵਾ। ਇਹ ਸਾਰਾ ਮੇਰੇ ਕਰਕੇ ਪਿਆ।
ਮੱਖਣ ਸ਼ਾਹ ਕਹਿੰਦਾ ਇਹ ਸਾਰਾ ਮੇਰਾ ਕਸੂਰ ਹੈ ਜੋ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਨਹੀਂ ਮੰਨਿਆ। ਉਹਦਾ ਕਹਿੰਦੇ ਸੀ ਵੀ ਤੂੰ ਆਪਣਾ ਕੰਮ ਤੇਰਾ ਹੋ ਗਿਆ, ਤੂੰ ਜਾ ਤੇ ਲੋਕਾਂ 'ਚ ਰੌਲਾ ਨਾ ਪਾ, ਅਸੀਂ ਗੁਰੂ ਆ ਕੇ ਨਹੀਂ ਆ, ਇਹ ਤੂੰ ਕੀ ਲੈਣਾ ਰੌਲਾ ਪਾ ਕੇ, ਸਾਨੂੰ ਆਨੰਦ ਲੈਣ ਦੇ। ਪਰ ਮੈਂ ਗੁਰੂ ਸਾਹਿਬ ਨੂੰ ਪ੍ਰਗਟ ਕਰ ਦਿੱਤਾ ਹੈ ਜਿਹਦੇ ਕਰਕੇ ਆ ਸਾਰਾ ਕੁਝ ਹੋਇਆ ਹੈ। ਸੋ ਤੋ ਰਹੇ ਹਟਾਏ ਬਧੇਰੇ, ਮਹਾਰਾਜ ਤਾਂ ਮੈਨੂੰ ਰੋਕਦੇ ਰਹੇ ਹਨ, ਮੈਂ ਬਿਦਤਾਏ ਸਭ ਪ੍ਰਤ ਟੇਰੇ। ਪਰ ਮੈਂ ਸੰਗਤ ਦਾ ਭਲਾ ਸੋਚ ਕੇ ਉਹਨਾਂ ਨੂੰ ਪ੍ਰਗਟ ਕਰ ਦਿੱਤਾ ਹੈ। ਜੇ ਅਸ ਬਿਗਨ ਬਿਨਾਸਾ ਨਾਹੀ, ਜੇ ਇਸ ਤਰ੍ਹਾਂ ਦੇ ਵਿਘਨ ਹੁਣ ਪੈਂਦੇ ਰਹੇ ਤੇ ਫੇਰ ਬੜਾ ਉਪਦਰਵ ਹੋਵੇਗਾ। ਜੇ ਇਹਨਾਂ ਵਿਘਨਾਂ ਨੂੰ ਨਾ ਠੱਲ ਪਾਈ ਮਹਾ ਦੋਸ਼ ਫਲ ਹੈ ਮੁਝ ਮਾਹੀ, ਤਾਂ ਮੈਨੂੰ ਹੋਰ ਦੋਸ਼ ਲੱਗੇਗਾ, ਹੋਰ ਮੈਨੂੰ ਫਲ ਮਿਲੇਗਾ, ਸਜ਼ਾ ਮਿਲੇਗੀ, ਕਿਉਂਕਿ ਗੁਰੂ ਸਾਹਿਬ ਦੀ ਨਰਾਦਰੀ ਹੋਈ ਹੈ, ਮੇਰੇ ਕਰਕੇ ਹੋਈ ਹੈ। ਨਿਜ ਬਲ ਤੇ ਮੈਂ ਸਕੋ ਸੁਧਾਰੀ, ਮੈਂ ਆਪਣੇ ਬਲ ਦੇ ਨਾਲ ਇਹਨੂੰ ਸੁਧਾਰਾਂ ਤੇ ਮੈਨੂੰ ਸੁਧਾਰਨਾ ਚਾਹੀਦਾ, ਕਿਉਂਕਿ ਜਿਹੜਾ ਕੰਮ ਬੰਦਾ ਕਰ ਸਕੇ ਭਲੇ ਦਾ ਉਹ ਬੰਦੇ ਨੂੰ ਕਰਨਾ ਚਾਹੀਦਾ ਹੈ। ਜੇ ਬਲਵਾਨ ਮੋਹੇ ਕੋ ਮਾਰੀ, ਹਾਂ, ਜਿਹੜੇ ਬਲਵਾਨ ਮੈਨੂੰ ਮਾਰਨ, ਮ੍ਰਿਤੂ ਹੋਏ ਕਿਰਤਾਰਥ ਜਾਨੋ, ਜੇ ਉੱਥੇ ਲੜਾਈ ਦੇ ਵਿੱਚ ਧੀਰ ਮਲ ਦਾ ਜ਼ੋਰ ਪੈਂਦਾ ਹੈ ਤੇ ਮੈਂ ਮਾਰਿਆ ਜਾਂਦਾ ਹਾਂ, ਉਹਦੇ ਬਲੀ ਯੋਧੇ ਹਨ ਸੀਏ ਵਰਗੇ ਮੈਨੂੰ ਮਾਰ ਵੀ ਦੇਣ, ਤਾਂ ਮੇਰੀ ਮੌਤ ਵੀ ਜਿਹੜੀ ਹੈ ਉਹ ਸ਼ਹੀਦੀ ਬਣੇਗੀ, ਮੇਰਾ ਮਰਨਾ ਵੀ ਸਫਲ ਹੋਵੇਗਾ। ਮਰਨਾ ਤਾਂ ਹੈ, ਹਰ ਬੰਦਾ ਜੋ ਦੁਨੀਆ ਤੇ ਆਇਆ ਅੱਜ ਮਰੇ ਜਾਂ ਕੱਲ ਮਰੇ, ਮਰਨਾ ਹੈ। ਜੇ 100 ਵਰਿਆਂ ਜੀਵਣਾ ਭੀ ਧਨ ਹੋਸੀ ਖੇ, 100 ਸਾਲ ਵੀ ਜੇ ਕੋਈ ਜੀਵੇਗਾ ਫਿਰ ਵੀ ਮਰੇਗਾ, ਤੇ ਮੈਂ ਮਰਨਾ ਹੈ। ਇਸ ਕਰਕੇ ਅੱਜ ਗੁਰੂ ਦੇ ਲਾਗੇ, ਗੁਰੂ ਸੱਚੇ ਪਾਤਸ਼ਾਹ ਜੀ ਦੇ ਲੇਖੇ ਲੱਗ ਕੇ ਮਰ ਜਾਵਾਂ। ਅਬ ਮੈਂ ਜੀਵਨ ਸਫਲ ਨਾ ਮਾਨਾ, ਜੇ ਮੈਂ ਗੁਰੂ ਦੀ ਨਰਾਦਰੀ ਵੇਖ ਕੇ ਚੁੱਪ ਰਿਹਾ, ਮੱਖਣ ਸ਼ਾਹ ਕਹਿੰਦਾ ਧੀਰਮਲ ਨੂੰ ਮੈਂ ਸਜ਼ਾ ਨਾ ਦਿੱਤੀ ਤੇ ਫਿਰ ਮੇਰਾ ਜੀਣਾ ਵੀ ਕਿਸੇ ਕੰਮ ਦਾ ਨਹੀਂ ਹੈ। ਇਮ ਵਿਚਾਰ ਕਰ ਆਇਸ ਦੀਨ, ਇਸ ਤਰ੍ਹਾਂ ਵਿਚਾਰ ਕਰਕੇ ਮੱਖਣ ਸ਼ਾਹ ਨੇ ਆਪਣੀ ਫੌਜ ਨੂੰ ਆਗਿਆ ਦਿੱਤੀ। ਸਪਟ ਹਸਨ ਹੋ ਬਿਲਮ ਕਿਉ ਕੀਨ, ਆਪਣੇ 400-500 ਸਿਪਾਹੀਆਂ ਨੂੰ, ਹਥਿਆਰਬੰਦ ਬੰਦਿਆਂ ਨੂੰ, ਜਿਨ੍ਹਾਂ ਕੋਲ ਚੰਗੀਆਂ ਬੰਦੂਕਾਂ, ਤਲਵਾਰਾਂ, ਬਰਛੇ ਵੀ ਸਨ ਤੇ ਘੋੜੇ ਰੱਖੇ ਹੋਏ ਸਨ, ਉਹਨਾਂ 400-500 ਯੋਧਿਆਂ ਨੂੰ ਕਹਿਣ ਲੱਗਾ ਮੱਖਣ ਸ਼ਾਹ, ਸੂਰਮਿਓ ਹੁਣ ਕਾਹਦੀ ਦੇਰੀ ਕਰਦੇ ਹੋ? ਜਿਸ ਕਾਰਨ ਹਮ ਮਗ ਚਲ ਆਏ, ਜਿਹੜੇ ਕੰਮ ਲਈ ਆਪਾਂ ਇੱਥੇ ਆਏ ਹਾਂ, ਕਈ ਕੋਸਲਾ ਸੰਕਟ ਪਾਏ। ਇੰਨੇ ਦੂਰ ਹਜ਼ਾਰਾਂ ਮੀਲ ਦਾ ਸਫ਼ਰ ਕੀਤਾ ਹੈ, ਕਈ ਕੋਸਾਂ ਦਾ ਸਫ਼ਰ ਕਰਕੇ ਬੜਾ ਕਸ਼ਟ ਪਾ ਕੇ ਆਏ ਹਾਂ। ਸੋ ਕਾਰਜ ਬਿਗੜਤ ਅਬ ਜਾਤੋ, ਹਾਂ, ਉਹ ਕੰਮ ਵਿਗੜ ਚੱਲਿਆ, ਉਹ ਕੰਮ ਜਿਹੜਾ ਹੈ ਉਹ ਵਿਗੜਦਾ ਜਾ ਰਿਹਾ ਹੈ। ਕਹੋ ਸ਼ਸਤਰ ਤੀਸ਼ਨ ਰਿਪਕਾਤੋ, ਤੇ ਹੁਣ ਆਪਾਂ ਉਹ ਕੰਮ ਸਫਲ ਕਰਨ ਲਈ ਸ਼ਸਤਰ ਫੜੀਏ, ਤਿੱਖੀਆਂ ਤਲਵਾਰਾਂ, ਬਰਛੇ ਕੱਢੋ, ਬੰਦੂਕਾਂ ਸੰਭਾਲੋ, ਡਾਂਗਾਂ ਚੁੱਕੋ ਤੇ ਚੱਲ ਕੇ ਹੁਣ ਧੀਰਮਲ ਨੂੰ ਸਿੱਧਿਆਂ ਕਰੀਏ। ਜੇ ਮੁਝ ਸੋ ਕੋ ਕਰਹਲ ਰਾਈ, ਜੇ ਉਹ ਮੇਰਾ ਮੁਕਾਬਲਾ ਕਰਨਗੇ, ਆਪਣੇ ਨਾਲ ਲੜਨ ਅੱਗੋਂ, ਤਾਂ ਆਪਾਂ ਵੀ ਲੜਾਂਗੇ ਆਇਦ ਹੱਥ ਹੋ ਬਜਾ ਲਿਹ ਪਾਈ। ਤੇ ਫੇਰ ਨਹੀਂ ਲਿਹਾਜ਼ ਕਰਨਾ। ਜੇ ਅੱਗੋਂ ਹਥਿਆਰ ਚੁੱਕਦੇ ਨੇ, ਸਾਡੇ ਮੁਕਾਬਲੇ ਤੇ ਆਉਂਦੇ ਨੇ, ਤੇ ਫਿਰ ਡਾਂਗ ਫੇਰਨੀ ਹੈ ਤੇ ਆਪਾਂ ਅੱਜ ਮੋਰਚਾ ਫਤਿਹ ਕਰਕੇ ਚੱਲਣਾ ਹੈ। ਧਰਮ ਹੇਤ ਕਰ ਜੇ ਮ੍ਰਿਤ ਪਾਵਹੁ, ਇਹ ਧਰਮ ਦਾ ਜੰਗ ਹੈ, ਇਹ ਧਰਮ ਦੀ ਲੜਾਈ ਹੈ, ਤੇ ਜੇ ਧਰਮ ਦੀ ਲੜਾਈ ਵਿੱਚ ਆਪਾਂ ਸ਼ਹੀਦੀ ਪਾ ਗਏ ਸੁਰਗ ਨਿਸੰਸੈ ਸੁਖ ਸੋ ਜਾਵਹੁ, ਤਾਂ ਨਿਰਸੰਸੇ ਸਵਰਗਾਂ ਨੂੰ ਜਾਵਾਂਗੇ। ਕੋਈ ਸ਼ੱਕ ਨਹੀਂ, ਜਿਹੜਾ ਗੁਰੂ ਘਰ ਵਾਸਤੇ ਲੜਦਾ ਹੋਇਆ ਸੂਰਮਾ ਮਰਦਾ ਹੈ, ਉਹਦੇ ਸੱਚਖੰਡ ਦੇ ਦਰਵਾਜ਼ੇ ਖੁੱਲੇ ਹੀ ਹੁੰਦੇ ਹਨ। ਸੋ ਆਪਾਂ ਗੁਰੂ ਘਰ ਵਾਸਤੇ ਅੱਜ ਖੰਡਾ ਖੜਕਾਈਏ। ਗੁਰੂ ਦੀ ਬੇਅਦਬੀ ਕੀਤੀ ਹੈ ਧੀਰਮਲ ਨੇ, ਆਪਾਂ ਇਸ ਬੇਅਦਬੀ ਦਾ ਬਦਲਾ ਲਈਏ। ਤੂਰਨ ਕਰੇ ਤਿਆਰ ਨਰ ਸਾਰੇ, ਬਾਬੇ ਮੱਖਣ ਸ਼ਾਹ ਲਵਾਣੇ ਨੇ ਆਪਣੇ 400-500 ਯੋਧੇ ਤਿਆਰ ਕਰ ਲਏ, ਚਲਿਓ ਆਪ ਉਦਬੇਗ ਹਤਾਰੇ, ਔਰ ਬੜੀ ਤੇਜ਼ੀ ਦੇ ਨਾਲ ਤੁਰ ਪਿਆ। ਸਿਪਰ ਖੜਗ ਨਿਜ ਕਰ ਮਹਲੀਨਸ, ਆਪ ਵੀ ਉਹਨੇ ਢਾਲ ਤਲਵਾਰ ਜਿਹੜੀ ਸੀ ਸਜਾ ਲਈ, ਹੱਥ ਵਿੱਚ ਢਾਲ ਤਲਵਾਰ ਲੈ ਕੇ
ਤੇ ਨਾਲ ਦੇ ਬੰਦਿਆਂ ਨੂੰ ਸ਼ਸਤਰ ਫੜਾ ਕੇ ਤੁਰ ਪਿਆ। ਗੁਰੂ ਅਵਗਿਆ ਤੇਰੇ ਸਪੀਨਸ। ਗੁਰੂ ਘਰ ਦੀ ਬੇਅਦਬੀ ਹੋਈ ਸੀ, ਇਸ ਗੱਲ ਦਾ ਗੁੱਸਾ ਆਇਆ ਮਨ ਦੇ ਵਿੱਚ। ਨਿਰਾਦਰੀ ਦਾ ਬਦਲਾ ਲੈਣ ਲਈ ਮੱਖਣ ਸ਼ਾਹ ਬੜਾ ਵੱਡਾ ਯੋਧਾ ਵੀ ਸੀ, ਉਹ ਸ਼ਾਹੂਕਾਰ ਵੀ ਸੀ। ਤੇ ਪੁਰਾਣੇ ਜ਼ਮਾਨੇ ਜਿਹੜੇ ਲੋਕ ਸ਼ਾਹੂਕਾਰ ਹੁੰਦੇ ਸੀ, ਰਾਜੇ ਹੁੰਦੇ ਸੀ ਛੋਟੇ ਮੋਟੇ, ਉਹ ਆਪਣੇ ਨਾਲ ਸ਼ਸਤਰਧਾਰੀ ਫੌਜ ਵੀ ਰੱਖਦੇ ਸੀ ਤੇ ਆਪ ਵੀ ਸ਼ਸਤਰ ਵਿਦਿਆ ਸਿੱਖੇ ਹੁੰਦੇ ਸੀ। ਵੀ ਕਈ ਵਾਰੀ ਹੋ ਜਾਂਦਾ ਵੀ ਫੌਜ ਕੋਲ ਨਹੀਂ ਰਹਿੰਦੀ ਤੇ ਆਪ ਆਪਣੀ ਜਾਨ ਬਚਾਉਣ ਲਈ ਮੁਕਾਬਲਾ ਕਰਨਾ ਪੈਂਦਾ। ਡਾਕੂਆਂ ਨਾਲ, ਚੋਰਾਂ ਨਾਲ ਮੁਕਾਬਲੇ ਹੁੰਦੇ ਰਹਿੰਦੇ ਸੀ। ਉਹ ਜ਼ਮਾਨਾ ਸੀ ਜਿਹੜਾ ਉਦੋਂ ਸਾਧ ਸੰਗਤ ਜੀ ਤਲਵਾਰ ਦਾ ਹੀ ਸਹਾਰਾ ਹੁੰਦਾ ਸੀ, ਸ਼ਸਤਰ ਦਾ ਹੀ ਸਹਾਰਾ ਹੁੰਦਾ ਸੀ। ਸੋ ਮੱਖਣ ਸ਼ਾਹ ਨੇ ਆਪਣੇ ਸ਼ਸਤਰ ਸਜਾ ਲਏ ਤੇ ਸ਼ਸਤਰਧਾਰੀਆਂ ਦੀ ਫੌਜ ਨਾਲ ਲੈ ਲਈ। ਗ੍ਰਾਮ ਨਜੀਕ ਜਬੈ ਚਲ ਆਇਆ। ਔਰ ਬਾਬੇ ਬਕਾਲੇ ਪਿੰਡ ਦੇ ਨੇੜੇ ਜਦੋਂ ਆਇਆ, ਸੁਨਿਓ ਰੌਰ ਜੋ ਨਰਨ ਮਚਾਇਆ। ਜਿਹੜਾ ਰੌਲਾ ਪਿਆ ਹੋਇਆ ਸੀ ਅੱਗੇ ਉਹ ਸੁਣਿਆ। ਹਾਹਾਕਾਰ ਕਰ ਹੈ ਤਹ ਕੋਈ। ਉੱਥੇ ਹਾਹਾਕਾਰ ਮਚੀ ਸੀ, ਧੀਰਮਲ ਦੀ ਕਰਤੂਤ ਦਾ ਸਾਰੇ ਪਾਸੇ ਚਰਚਾ ਹੋ ਰਿਹਾ ਸੀ। ਮਹਾ ਜ਼ੁਲਮ ਕੀ ਨਿਸ ਕਹਿ ਸੋਈ। ਸਾਰੇ ਪਿੰਡ ਵਾਲੇ ਤੇ ਬਾਹਰੋਂ ਆਈਆਂ ਹੋਈਆਂ ਸੰਗਤਾਂ ਇਹ ਕਹਿ ਰਹੀਆਂ ਸਨ ਵੀ ਧੀਰਮਲ ਨੇ ਬੜਾ ਜ਼ੁਲਮ ਕੀਤਾ ਹੈ। ਮਹਤ ਭਇਓ ਉਤਪਾਤ ਬਕਾਲੇ। ਬਕਾਲੇ ਵਿੱਚ ਬੜਾ ਉਤਪਾਤ ਹੋਇਆ, ਜੋ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚੱਲੀ ਹੈ। ਸੋਢੀ ਬਰਿੰਦ ਸ਼ਰੀਕ ਬਸਾਲੇ। ਔਰ ਇਹ ਸੋਢੀਆਂ ਨੇ ਬਹੁਤ ਮਾੜਾ, ਖਾਸ ਕਰਕੇ ਧੀਰਮਲ ਨੇ ਜਿਹੜਾ ਇਹ ਕਾਰਾ ਕੀਤਾ ਹੈ, ਇਹ ਕਰਤੂਤ ਕੀਤੀ ਹੈ, ਬਹੁਤ ਮਾੜੀ ਕਰਤੂਤ ਕੀਤੀ ਹੈ। ਆਪਣੇ ਚਾਚੇ ਤੇ ਗੋਲੀ ਚਲਾਈ ਹੈ ਔਰ ਗੁਰੂ ਘਰ ਦੇ ਵਿੱਚ ਇਦਾਂ ਦੀ ਹਰਕਤ ਹੋਣੀ ਨਹੀਂ ਸੀ ਚਾਹੀਦੀ ਜਿਹੜੀ ਧੀਰਮਲ ਨੇ ਕੀਤੀ ਹੈ। ਗਾਦੀ ਪਦ ਅਬ ਰਹਿਓ ਨਾ ਕੋਈ। ਹੁਣ ਗੁਰੂ ਦਾ ਗੱਦੀ ਦਾ ਮਾਲਕ ਕੋਈ ਨਹੀਂ ਰਿਹਾ। ਸਭ ਝਗੜਤ ਹੈ ਹਮ ਗੁਰ ਹੋਈ। ਸਾਰੇ ਗੁਰੂ ਬਣਨ ਪਿੱਛੇ ਝਗੜਦੇ ਹਨ। ਸਿੱਖਾਂ ਦੇ ਵਿੱਚ ਸ਼ਰਧਾ ਟੁੱਟਣ ਲੱਗ ਪਈ ਜਦੋਂ ਸਾਧ ਸੰਗਤ ਜੀ ਗੁਰਦੁਆਰਿਆਂ 'ਚ ਲੜਾਈਆਂ ਹੁੰਦੀਆਂ ਨਾ। ਅੱਜ ਕੱਲ ਵੀ ਕਈ ਵਾਰੀ ਸਾਡੇ ਭਰਾ ਬੜੀ ਬੇਸਮਝੀ ਦਾ ਪ੍ਰਗਟਾਵਾ ਕਰਦੇ ਆ। ਲੜਾਈਆਂ ਤੇ ਘਰ ਦੀਆਂ ਹੁੰਦੀਆਂ ਨੇ ਤੇ ਉਹ ਲੜਦੇ ਨੇ ਗੁਰਦੁਆਰਿਆਂ 'ਚ ਆ ਕੇ, ਪਰ ਇਹ ਸੋਚਦੇ ਨਹੀਂ ਵੀ ਇਹਦੇ ਨਾਲ ਬਦਨਾਮੀ ਪੰਥ ਦੀ ਹੁੰਦੀ ਹੈ, ਗੁਰੂ ਮਹਾਰਾਜ ਦੀ ਹੁੰਦੀ ਹੈ, ਸੰਗਤਾਂ ਦੀ ਸ਼ਰਧਾ ਟੁੱਟਦੀ ਹੈ। ਜਿਹੜੇ ਬੱਚੇ ਗੁਰਦੁਆਰਿਆਂ 'ਚ ਆਉਣਾ ਸ਼ੁਰੂ ਕਰਦੇ ਨੇ ਉਹ ਕਹਿੰਦੇ ਛੱਡੋ ਪਰੇ, ਗੁਰਦੁਆਰਿਆਂ 'ਚ ਕੀ, ਉੱਥੇ ਤੇ ਲੜਾਈਆਂ ਹੁੰਦੀਆਂ। ਸੋ ਗੁਰੂ ਘਰ ਦੇ ਵਿੱਚ ਜਦੋਂ ਵੀ ਕਿਤੇ ਲੜਾਈ ਝਗੜਾ ਹੋਵੇ ਉਹਦੇ ਨਾਲ ਸ਼ਰਧਾਵਾਨ ਸੰਗਤ ਦਾ ਵਿਸ਼ਵਾਸ ਘਟਦਾ। ਇੱਥੇ ਵੀ ਕਥਾ ਜਾ ਰਿਹਾ, ਕਹਿੰਦੇ ਲੋਕ ਗੱਲਾਂ ਕਰਨ ਲੱਗ ਪਏ ਵੀ ਹੁਣ ਗੁਰੂ ਨਹੀਂ ਕੋਈ ਰਿਹਾ, ਹੁਣ ਤੇ ਗੁਰੂ ਘਰ ਦੇ ਵਿੱਚ ਲੜਾਈਆਂ ਹੁੰਦੀਆਂ ਨੇ। ਅਜ਼ਮਤ ਬੰਤ ਗੁਰੂ ਬਣ ਜਾ ਹੈ। ਜਿਹੜਾ ਕੋਈ ਗੁਰੂ ਹੁੰਦਾ ਉਹਦੇ ਕੋਲ ਤਾਂ ਸ਼ਕਤੀ ਹੁੰਦੀ ਹੈ, ਕਰਾਮਾਤ ਹੁੰਦੀ ਹੈ। ਉਹਦੇ ਆਪਣੀ ਸ਼ਕਤੀ ਨਾਲ, ਆਪਣੀ ਪਾਵਰ ਨਾਲ, ਆਪਣੀ ਅਧਿਆਤਮਕ ਰੂਹਾਨੀ ਪਾਵਰ ਨਾਲ ਗੁਰੂ ਬਣਦਾ ਹੈ। ਸਨੇ ਸਨੇ ਘੂਰੇ ਗਿਰ ਪੈ ਹੈ। ਤੇ ਇਹਨਾਂ ਵਿੱਚੋਂ ਜਿੰਨੇ ਬਾਈ ਬੈਠੇ ਹੋਏ ਨੇ, ਜਿਹੜਾ ਕੋਈ ਮਹਾਂਪੁਰਸ਼ ਹੋਏਗਾ, ਜਿਹਨੇ ਕੋਈ ਪ੍ਰਮਾਤਮਾ ਦੀ ਭਗਤੀ ਕੀਤੀ ਹੋਏਗੀ, ਉਹ ਰਹਿ ਜਾਏਗਾ। ਜਿਹੜੇ ਕੱਚੇ ਪਿੱਲੇ ਹਨ ਉਹ ਝੜ ਜਾਣਗੇ। ਗੁਰੂ ਨਾਨਕ ਹੀ ਇਹ ਫੈਸਲਾ ਕਰੇਗਾ। ਗਇਓ ਗ੍ਰਾਮ ਮਹਿ ਗੁਰ ਕੋ ਦਾਸ। ਇਸ ਤਰ੍ਹਾਂ ਸਾਧ ਸੰਗਤ ਜੀ ਰੌਲਾ ਪਿੰਡ 'ਚ ਪਿਆ ਹੋਇਆ ਸੀ। ਆਲੇ ਦੁਆਲੇ ਸੰਗਤਾਂ ਵਿੱਚ ਬੜੀ ਹਾਹਾਕਾਰ ਮਚੀ ਹੋਈ ਸੀ। ਇਹਨੇ ਨੂੰ ਬਾਬਾ ਮੱਖਣ ਸ਼ਾਹ ਜੀ ਪਿੰਡ 'ਚ ਵੜ ਗਏ। ਸਕਲ ਕਹੀ ਮੱਖਣ ਕੇ ਪਾਸ। ਤੇ ਪਿੰਡ ਵਾਲਿਆਂ ਨੇ, ਸਿੱਖਾਂ ਨੇ ਮੱਖਣ ਸ਼ਾਹ ਨੂੰ ਸਾਰੀ ਗੱਲ ਦੱਸੀ। ਸੁਨਤ ਛੋਬਦੂ ਨੋ ਹੋਏ ਆਇਓ। ਗੁੱਸਾ ਹੋਰ ਦੁੱਗਣਾ ਚੜ ਗਿਆ। ਤਿਸ ਕੋ ਆਪਣਾ ਸੰਗ ਲਾਇਓ। ਜਿਹੜੇ ਬੰਦੇ ਨੇ ਸਾਰੀ ਹਕੀਕਤ ਦੱਸੀ ਸੀ, ਅੱਖਾਂ ਵੇਖਿਆ ਹਾਲ ਦੱਸਿਆ ਸੀ, ਉਹਨੂੰ ਨਾਲ ਲੈ ਲਿਆ ਮੱਖਣ ਸ਼ਾਹ ਨੇ। ਜਿਸ ਮਸੰਦ ਨੇ ਏਤੀ ਕਰੀ। ਕਹਿਣ ਲੱਗਾ ਮੈਨੂੰ ਜਰਾ ਦੱਸ ਵੀ ਜਿਹੜੇ ਮਸੰਦ ਨੇ ਏਡੀ ਕਰਤੂਤ ਕੀਤੀ ਉਹਦਾ ਨਾਂ ਕੀ ਹੈ, ਉਹਦੀ ਸ਼ਕਲ ਕੀ ਹੈ, ਕਿੱਥੇ ਹੈ ਉਹ, ਜਰਾ ਮੈਨੂੰ ਉਹਦਾ ਮੂੰਹ ਤਾਂ ਵਿਖਾ, ਫਿਰ ਮੈਂ ਦੇਖਾਂਗਾ ਵੀ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਕਿਵੇਂ ਗੋਲੀ ਚਲਾਈ ਹੈ, ਕਿਵੇਂ ਗੁਰੂ ਕਾ ਡੇਰਾ ਲੁੱਟਿਆ ਹੈ। ਤਿਸ ਕੋ ਦੇਹ ਦਿਖਾਏ ਇੱਕ ਬੇਰੀ। ਇੱਕ ਵਾਰੀ ਮੈਨੂੰ ਦਿਖਾ ਦੇ, ਫਿਰ ਮੈਂ ਜਾਣਾ ਤੇ ਉਹ ਜਾਣੇ। ਏਦਾਂ ਬਾਬਾ ਮੱਖਣ ਸ਼ਾਹ ਬਹੁਤ ਲੋਹਾ ਲਾਖਾ ਹੋ ਕੇ ਧੀਰਮਲ ਦੇ ਡੇਰੇ ਵੱਲ ਤੁਰ ਪਿਆ। ਇਮ ਕਹਿ ਆਚਕ ਜਾਏ ਪਰਿਓ ਹੈ। ਔਰ ਅਚਾਨਕ ਹੀ ਜਾ ਕੇ ਡੇਰੇ ਤੇ ਪੈ ਗਿਆ। ਸ਼ਸਤਰਧਾਰੀ ਯੋਧੇ ਵੀ ਨਾਲ ਸੀ ਕਿ ਹੱਥ ਵਿੱਚ ਢਾਲ ਤਲਵਾਰ ਫੜੀ ਮੱਖਣ ਸ਼ਾਹ ਨੇ, ਤੇ ਨਾਲ ਉਹਦੇ ਜਿਹੜੇ ਸਿਪਾਹੀ ਸਨ ਉਹ ਵੀ ਹਥਿਆਰਬੰਦ ਸਾਰੇ।
ਉਹਨਾਂ ਨੇ ਜਾ ਕੇ ਧੀਰਮਲ ਦਾ ਡੇਰਾ ਘੇਰ ਲਿਆ। ਮਾਰ ਮਾਰ ਬਡਰਾਰ ਕਰਿਓ ਹੈ। ਮਾਰ ਲੋ ਹੋ ਗਈ, ਰੌਲਾ ਪੈ ਗਿਆ, ਲਲਕਾਰੇ ਵੱਜਣ ਲੱਗ ਪਏ, ਡਾਂਗਾ ਸੋਟੇ ਚੱਲਣ ਲੱਗ ਪਏ। ਡੇਰੇ ਬਿਖੈ ਪ੍ਰਵੇਸ਼ਿਓ ਜਾਏ। ਮੱਖਣ ਸ਼ਾਹ ਦੇ ਬੰਦੇ ਧੀਰਮਲ ਦੇ ਡੇਰੇ ਜਾ ਵੜੇ। ਸਭ ਸਪਟਨ ਕੋ ਲਿਓ ਦਬਾਏ। ਜਿੰਨੇ ਜਿੰਨੇ ਕੁ ਮੱਖਣ ਸ਼ਾਹ ਦੇ ਧੀਰਮਲ ਦੇ ਬੰਦੇ ਸੀ ਨਾ, ਬੰਦੂਕਾਂ ਵਾਲੇ, ਤਲਵਾਰਾਂ ਵਾਲੇ, ਬਰਛਿਆਂ ਵਾਲੇ, ਬਦਮਾਸ਼ ਬੰਦੇ, ਲੱਠ ਮਾਰ ਬੰਦੇ, ਲੋਟੂ ਟੋਲਾ, ਉਹ ਸਾਰਾ ਦੱਬ ਲਿਆ ਜਾ ਕੇ, ਲੰਮੇ ਪਾ ਲਏ, ਕੁੱਟੇ ਡਾਂਗਾ ਮਾਰ ਕੇ ਸਿੱਧੇ ਕਰ ਦਿੱਤੇ। ਜੋਧਾ ਹੋਤੇ 500 ਸੰਗ। ਮੱਖਣ ਸ਼ਾਹ ਕੋਲ 500 ਯੋਧਾ ਸੀਗਾ, 500 ਸਿਪਾਹੀ ਸੀ ਸ਼ਸਤਰਧਾਰੀ, ਤੇ ਇਹ ਜਿਹੜੇ ਧੀਰਮਲੀਏ ਸੀਗੇ ਇਹ ਤੇ ਕੜਾ ਖਾ ਕੇ ਉਦਾਂ ਹੀ ਫੁੱਲੇ ਫਿਰਦੇ ਸੀਗੇ। ਲੜਨ ਲੁੜਨ ਵਾਲੇ ਕਿੱਥੇ ਸੀ ਇੰਨੇ, ਬਸ ਐਵੇਂ ਕਮਜ਼ੋਰਾਂ ਉੱਤੇ ਤਾਂ ਜ਼ੋਰ ਜਮਾ ਲੈਂਦੇ ਸੀ। ਪਰ ਜੇ ਲੜਾਈ ਹੋਰ ਚੀਜ਼ ਹੁੰਦੀ ਹੈ ਤੇ ਐਵੇਂ ਕਿਸੇ ਨੂੰ ਦਬਕਾ ਮਾਰ ਲੈਣਾ, ਫੋਕੀ ਫੜ ਮਾਰ ਲੈਣੀ, ਉਹ ਗੱਲ ਹੋਰ ਹੁੰਦੀ। ਗੁਰੂ ਤੇਗ ਬਹਾਦਰ ਸਾਹਿਬ ਵਰਗੇ ਮਹਾਂਪੁਰਸ਼ ਸਾਧੂ ਨੂੰ ਜਾ ਕੇ ਧਮਕੀਆਂ ਦੇ ਆਏ, ਉਹ ਗੱਲ ਹੋਰ। ਪਰ ਜਦੋਂ ਡਾਂਗਾਂ ਵਾਲਿਆਂ ਦਾ ਮੁਕਾਬਲਾ ਕਰਨਾ ਪਿਆ ਉਦੋਂ ਗੱਲ ਹੋਰ ਬਣ ਗਈ। ਕਹਿੰਦੇ ਮੱਖਣ ਸ਼ਾਹ ਦੇ ਬੰਦਿਆਂ ਨੇ ਕੋਟੇ ਛੱਲੀਆਂ ਤਰ੍ਹਾਂ ਲੰਮੇ ਪਾ ਕੇ, ਜਿਨ੍ਹਾਂ ਉਠਾਏ ਖੜਗ ਉਤੰਗ, ਜਿਨ੍ਹਾਂ ਨੇ ਅੱਗੋਂ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਹਥਿਆਰ ਚੁੱਕ ਕੇ, ਕਿਉਂਕਿ ਕੁਝ ਸੀਏ ਮਸੰਦ ਵਰਗੇ ਹੈ ਸੀ ਬੰਦੇ ਜਿਹੜੇ ਹਥਿਆਰ ਚਲਾਉਣਾ ਜਾਣਦੇ ਸੀ, ਉਹ ਜਿਹੜੇ 2-4-10 ਬੰਦੇ ਇਹੋ ਜਿਹੇ ਸੀਗੇ। ਮੱਖਣ ਉੱਚਾ ਕਹੇ ਉਪਕਾਰ, ਉਹਨਾਂ ਨੂੰ ਢਾ ਲਿਆ, ਲੰਮਿਆਂ ਪਾ ਲਿਆ, ਕੁੱਟਿਆ ਫੜ ਕੇ। ਕਹਿੰਦੇ ਮੱਖਣ ਸ਼ਾਹ ਨੇ ਉੱਚੀ ਆਵਾਜ਼ ਵਿੱਚ ਲਲਕਾਰ ਕੇ ਆਖਿਆ, ਨਹਿ ਪੂਰਬ ਹੀ ਕਰਹਿ ਪ੍ਰਹਾਰ। ਦੇਖੋ ਬਈ, ਮੈਂ ਤੁਹਾਨੂੰ ਜਾਨ ਤੋਂ ਮਾਰਨਾ ਨਹੀਂ ਚਾਹੁੰਦਾ, ਪਹਿਲਾਂ ਤੁਹਾਡੇ ਤੇ ਮੈਂ ਪਹਿਲ ਨਹੀਂ ਕਰਨੀ ਚਾਹੁੰਦਾ। ਧੀਰ ਮਲ ਕੋ ਮਾਨਵ ਜੋਈ। ਕਹਿੰਦੇ ਜਿਹੜੇ ਕੋਈ ਧੀਰਮਲ ਦੇ ਬੰਦੇ ਹਨ, ਕਰਹਿ ਸ਼ਸਤਰ ਹੱਥ ਪ੍ਰਤਮੈ ਕੋਈ। ਕਹਿੰਦੇ ਜਿਹੜਾ ਵੀ ਪਹਿਲਾ ਸ਼ਸਤਰ ਦਾ ਤੁਹਾਡੇ ਜੋ ਵਾਰ ਕਰੇਗਾ ਅਸੀਂ ਉਹਨੂੰ ਮਾਰਾਂਗੇ, ਕਿਉਂਕਿ ਸਾਰਿਆਂ ਬੇਗੁਨਾਹਾਂ ਨੂੰ ਤਾਂ ਮਾਰਨਾ ਨਹੀਂ। ਮੱਖਣ ਸ਼ਾਹ ਦੀ ਕਿਹੜਾ ਦੁਸ਼ਮਣੀ ਸੀ ਇਹਨਾਂ ਨਾਲ, ਉਹਦਾ ਇਹਨਾਂ ਨੂੰ ਸਿੱਧੇ ਕਰਨਾ ਚਾਹੁੰਦਾ ਸੀ ਵੀ ਬੰਦੇ ਬਣ ਜਾਓ। ਜਿਹੜਾ ਵੀ ਤੁਹਾਡੇ ਚੋਂ ਪਹਿਲਾ ਵਾਰ ਕਰੇਗਾ ਤੋ ਸਭ ਆਯੁਧ ਏਵ ਪ੍ਰਹਾਰੋ, ਉਹਨੂੰ ਨਹੀਂ ਅਸੀਂ ਛੱਡਾਂਗੇ। ਤੇ ਆਪਣੇ ਬੰਦਿਆਂ ਨੂੰ ਕਹਿਤਾ ਵੀ ਜਿਹੜਾ ਕੋਈ ਅੱਗੋਂ ਹਥਿਆਰ ਚੁੱਕੇ ਤੁਹਾਡੇ ਤੇ ਉਹਨੂੰ ਮਾਰ ਲਓ, ਰੋਂਡ ਮੁੰਡ ਨਿਆਰੇ ਕਰ ਡਾਰੋ, ਉਹਨੂੰ ਬੇਸ਼ੱਕ ਕਤਲ ਕਰ ਦਿਓ, ਤਲਵਾਰ ਦੇ ਨਾਲ ਝਟਕਾ ਹੀ ਦਿਓ ਬੇਸ਼ੱਕ। ਜੇ ਕੋਈ ਅੱਗੋਂ ਹਥਿਆਰ ਨਾਲ ਤੁਹਾਡੇ ਤੇ ਗੋਲੀ ਚਲਾਉਂਦਾ ਜਾਂ ਬਰਛਾ ਜਾਂ ਤਲਵਾਰ ਮਾਰਦਾ ਫਿਰ ਉਹਦਾ ਕੀ ਲਿਹਾਜ਼ ਕਰਨਾ ਹੋਇਆ। ਤੇ ਜਿਹੜਾ ਨਹੀਂ ਕਰਦਾ ਜਾਂ ਹਥਿਆਰ ਰੱਖ ਦਿੰਦਾ, ਕਹਿੰਦਾ ਵੀ ਨਹੀਂ ਅਸੀਂ ਲੜਨਾ ਨਹੀਂ, ਉਹਨੂੰ ਨਹੀਂ ਕੁਝ ਕਹਿਣਾ। ਹਾਂਜੀ, ਇਹ ਵੀ ਜਨ ਹੈ ਐਸੀ ਕਰੋ। ਕਹਿੰਦੇ ਇਹਨਾਂ ਨੂੰ ਪਤਾ ਲੱਗ ਜੇ ਇੱਕ ਵਾਰੀ ਧੀਰਮਲੀਆਂ ਨੂੰ, ਇਹ ਵੀ ਜਾਣ ਵੀ ਸਾਨੂੰ ਵੀ ਕੋਈ ਟੱਕਰਿਆ ਸੀ, ਇਹ ਤਾਂ ਆਪਣੀ ਬਦਮਾਸ਼ੀ ਦਿਖਾਉਂਦੇ। ਗੁਰੂ ਘਰ ਜਾ ਕੇ ਲੁੱਟਮਾਰ ਕੀਤੀ ਇਹਨਾਂ ਨੇ, ਤੇ ਇਹਨਾਂ ਲੁਟੇਰਿਆਂ ਨੂੰ ਹੁਣ ਜਰਾ ਹੱਥ ਲਾਈਏ। ਮਹਾ ਦੁਸ਼ਟ ਕਹਿ ਲਿਓ ਨਹ ਡਰੋ। ਇਹ ਮਹਾ ਦੁਸ਼ਟ ਬੰਦੇ ਜਿਹੜੇ ਪਾਪੀ ਬੰਦੇ ਨੇ, ਇਹਨਾਂ ਨੂੰ ਸਿੱਧੇ ਕਰੀਏ ਹੁਣ ਆਪਾਂ। ਲੁੱਟ ਲਿਓ ਇਨਕੋ ਸਭ ਡੇਰਾ। ਔਰ ਧੀਰਮਲ ਦਾ ਜਿੰਨਾ ਸਾਜੋ ਸਮਾਨ ਹੈ ਨਾ ਸਾਰਾ ਲੁੱਟ ਕੇ ਲੈ ਜਾਣਾ ਆਪਾਂ। ਇਹ ਗੁਰੂ ਦਾ ਡੇਰਾ ਲੁੱਟ ਕੇ ਲਿਆਏ ਤੇ ਆਪਾਂ ਇਹਦਾ ਡੇਰਾ ਲੁੱਟ ਕੇ ਲੈ ਚੱਲੀਏ। ਜੋ ਐਸ਼ਵਰਜ ਲੈ ਰਹੇ ਕਨੇਰਾ। ਇਹ ਜਿਹੜਾ ਰਾਜ ਕਰ ਰਿਹਾ ਇੱਥੇ, ਬੜੇ ਹਾਥੀ ਘੋੜੇ ਬੰਨੀ ਫਿਰਦਾ, ਬੜੇ ਵਧੀਆ ਦੀਵਾਨ ਲਾਈ ਬੈਠਾ, ਆਪਣਾ ਰਾਜਿਆਂ ਮਹਾਰਾਜਿਆਂ ਵਰਗਾ ਇਹਨੇ ਸ਼ਾਨੋ ਸ਼ੌਕਤ ਬਣਾਇਆ ਹੋਇਆ। ਇਹ ਨਹੀਂ ਰਹਿਣ ਦੇਣਾ ਇਹਦੇ ਕੋਲ ਹੁਣ ਆਪਾਂ। ਜੇਕਰ ਅੱਗੇ ਹੱਥ ਉਠਾਵੇ ਹੈ, ਤੇ ਜੇ ਕੋਈ ਅੱਗੋਂ ਹੱਥ ਚੁੱਕੇ ਸਾਡਾ ਮੁਕਾਬਲਾ ਕਰੇ, ਕਿਦਾ ਕਟਕ ਕੋ ਬਾਤ ਸੁਣਾਵੇ ਹੈ, ਜਾਂ ਕੋਈ ਕੌੜਾ ਬਚਨ ਕਰੇ, ਗਾਲ ਦੁੱਪੜ ਕੱਢੇ, ਇੱਕ ਤੇ ਦੁਆ ਤੇ ਕਰ ਚਾਰ, ਤੇ ਫਿਰ 2 ਟੋਟੇ ਕਰ ਦਿਓ ਤੇ 2 ਤੋਂ 4 ਕਰ ਦਿਓ। ਲਿਹਾਜ਼ ਕੋਈ ਨਹੀਂ ਕਰਨਾ, ਵੱਢ ਕੇ ਸੁੱਟੋ ਫਿਰ ਇਹਨਾਂ ਨੂੰ। ਜੇ ਅੱਗੋਂ ਹਥਿਆਰ ਚੁੱਕਦੇ ਨੇ ਫਿਰ ਨਹੀਂ ਲਿਹਾਜ਼, ਤੇ ਜੇ ਚੁੱਪ ਕਰਕੇ ਪਰੇ ਆ ਜਾਣ ਤੇ ਆਪਾਂ ਸਮਾਨ ਚੁੱਕ ਕੇ ਲੈ ਜਾਣਾ, ਆਪਾਂ ਮਾਰਨਾ ਨਹੀਂ ਕਿਸੇ ਨੂੰ। ਤੇ ਜੇ ਕੋਈ ਕਹੇਗਾ ਵੀ ਨਹੀਂ ਅਸੀਂ ਜਾਣ ਨਹੀਂ ਦਿੰਦੇ, ਸਮਾਨ ਚੁੱਕਣ ਨਹੀਂ ਦਿੰਦੇ, ਮੁਕਾਬਲਾ ਕਰੇ, ਤੇ ਫਿਰ ਮੁਕਾਬਲਾ ਉਹਦਾ ਆਪਾਂ ਕਰਾਂਗੇ। ਇਸ ਤਰ੍ਹਾਂ ਬਾਬੇ ਮੱਖਣ ਸ਼ਾਹ ਨੇ ਆਪਣੀ ਫੌਜ ਨੂੰ ਨੀਤੀ ਦੱਸੀ ਹੈ। ਐਸੇ ਕੀ ਜਹ ਖੜਕ ਪ੍ਰਹਾਰ। ਕਹਿੰਦਾ ਇਹੋ ਜੀ ਤੇਗ ਚਲਾਓ ਇਹਨਾਂ ਉੱਤੇ। ਸ੍ਰੀ ਗੁਰੂ ਸੰਗ ਕਰੀ ਇਨ ਜੈਸੀ। ਇਹਨਾਂ ਨੇ ਜੋ ਗੁਰੂ ਸਾਹਿਬ ਦੇ ਘਰ ਲੁੱਟਮਾਰ ਕੀਤੀ ਹੈ, ਜੋ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚਲਾਈ ਹੈ, ਚਾਹੀਤ ਹੋਤੀ ਕਰਨ ਅਬ ਤੈਸੀ। ਮੇਰਾ ਤਾਂ ਜੀ ਕਰਦਾ ਉਸ ਤਰ੍ਹਾਂ ਹੀ ਕਰੀਏ, ਇਹਨਾਂ ਨੂੰ ਵੀ ਗੋਲੀਆਂ ਮਾਰ ਕੇ ਖਤਮ ਕਰੀਏ। ਤਦਬ ਗੁਰਕ ਕੇ ਕੁਲ ਮਹਿ ਪਾਇਓ। ਪਰ ਫਿਰ ਇਸ ਕਰਕੇ ਸੋਚੀਦਾ ਵੀ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਦਾ ਪੁੱਤ,
ਆਪਾਂ ਮਾਰਾਂਗੇ, ਗੁਰੂ ਦੀ ਕੁਲ ਦਾ ਕਹਾਣ ਹੋਵੇਗਾ, ਗੁਰੂ ਦੇ ਬੱਚਿਆਂ ਨੂੰ ਮਾਰਨਾ ਪਾਪ ਲੱਗੇਗਾ। ਇਸ ਕਰਕੇ ਆਪਾਂ ਇਹਨਾਂ ਵਰਗਾ ਨਹੀਂ ਕਰ ਸਕਦੇ। ਇਹ ਤਾਂ ਬੇਸ਼ਰਮ ਨੇ, ਆਪਾਂ ਨੂੰ ਗੁਰੂ ਦੀ ਸ਼ਰਮ ਹੈ, ਇਹਨਾਂ ਦੀ ਸ਼ਰਮ ਨਹੀਂ। ਸਾਨੂੰ ਇਹਨਾਂ ਦੇ ਦਾਦਾ ਜੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਰਮ ਹੈ ਵੀ ਇਹ ਉਹਦਾ ਪੋਤਾ ਹੈ 6ਵੇਂ ਪਾਤਸ਼ਾਹ ਮਹਾਬਲੀ ਦਾ, ਜਿਹਦੇ ਸਾਹਮਣੇ ਹਿੰਦੁਸਤਾਨ ਦੇ ਬਾਦਸ਼ਾਹ ਸ਼ਾਹਜਹਾਨ ਦੀਆਂ ਗੋਡੀਆਂ ਲੱਗ ਗਈਆਂ ਸਨ। ਤੇ ਉਸ ਸਤਿਗੁਰਾਂ ਦੇ ਪ੍ਰਤਾਪ ਦੇ ਅੱਗੇ ਸਾਡਾ ਸਿਰ ਝੁਕਦਾ, ਅਸੀਂ ਉਹਨਾਂ ਦੇ ਸਿੱਖ ਹਾਂ। ਇਸ ਕਰਕੇ ਅਸੀਂ ਧੀਰਮਲ ਨੂੰ ਜਾਨ ਤੋਂ ਨਹੀਂ ਮਾਰਨਾ, ਇਹਨੂੰ ਅਸੀਂ ਡੰਡਾ ਸੋਟਾ ਵੀ ਨਹੀਂ ਮਾਰਨਾ, ਪਰ ਜੇ ਇਹਦੇ ਬੰਦੇ ਬਦਮਾਸ਼ੀ ਕਰਨਗੇ ਫਿਰ ਆਪਾਂ ਲਿਹਾਜ਼ ਵੀ ਨਹੀਂ ਕਰਨਾ। ਇਹ ਬਾਬੇ ਮੱਖਣ ਸ਼ਾਹ ਨੇ ਦੇਖੋ, ਗੁਰੂ ਕੇ ਸਿੱਖ ਦੀ ਮਰਜ਼ਾਦਾ ਹੁੰਦੀ, ਹਰ ਕੰਮ ਨੂੰ ਬੜੇ ਬੈਲੈਂਸ ਨਾਲ ਕਰ ਰਹੇ। ਇਹ ਵੀ ਨਹੀਂ ਵੀ ਜਾ ਕੇ ਸਿੱਧਾ ਹੀ ਪੁਰਸ਼ਾ ਕਰਤੀ ਡਾਂਗਾ ਸੋਟੇ ਮਾਰਨੇ, ਵੱਢਣ ਟੁੱਕਣ ਲੱਗ ਪਏ, ਏਦਾਂ ਨਹੀਂ ਕੀਤਾ। ਉਹਨੇ ਕਿਹਾ ਜਿਹੜਾ ਅੱਗੋਂ ਆਕੜੇ ਉਹਨੂੰ ਲੰਮਾ ਪਾਓ, ਕੁੱਟੋ, ਤੇ ਜਿਹੜਾ ਅੱਗੋਂ ਕਵੇ ਵੀ ਅਸੀਂ ਨਹੀਂ ਕੁਛ ਕਰਦੇ ਜੀ, ਸਾਨੂੰ ਮਾਫ ਕਰੋ, ਉਹਨੂੰ ਕੋ ਪਰਾਂ ਹੋ ਕੇ ਬਹਿ ਜਾ। ਤੇ ਸਮਾਨ ਆਪਾਂ ਨਹੀਂ ਛੱਡਣਾ। ਧੀਰਮਲ ਦਾ ਡੇਰਾ, ਕਿਉਂਕਿ ਉਹਨਾਂ ਨੇ ਸਾਡੇ ਗੁਰੂ ਦਾ ਸਮਾਨ ਲੁੱਟਿਆ ਹੈ, ਗੁਰੂ ਕੇ ਲੰਗਰ ਦੇ ਭਾਂਡਿਆਂ ਤੱਕ ਨਹੀਂ ਰਹਿਣ ਦਿੱਤੇ, ਆਪਾਂ ਉਹਦੇ ਘਰ ਦੇ ਭਾਂਡੇ ਨਹੀਂ ਰਹਿਣ ਦੇਣੇ, ਸਮਾਨ ਆਪਾਂ ਸਾਰਾ ਵਾਪਸ ਲਿਆਉਣਾ ਹੈ। ਇਹਦਾ ਮੱਖਣ ਸ਼ਾਹ ਨੇ ਆਪਣੇ ਬੰਦਿਆਂ ਨੂੰ ਸਮਝਾ ਕੇ ਲਿਆਂਦਾ ਹੈ। ਹਾਂਜੀ, ਯਾ ਤੇ ਜੀਵਤ ਅਬ ਰਹਿ ਗਇਓ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਾ ਹੋਣ ਕਰਕੇ ਬਚਿਆ, ਨਹੀਂ ਤਾਂ ਇਹਨੂੰ ਬਚ ਛੱਡਣਾ ਅਸੀਂ ਨਹੀਂ ਸੀ। ਇਹਨੇ ਤਾਂ ਗੋਲੀ ਚਲਾਤੀ ਗੁਰੂ ਸਾਹਿਬ ਤੇ, ਪਰ ਅਸੀਂ ਇਹਦੇ ਉੱਤੇ ਗੋਲੀ ਨਹੀਂ ਚਲਾ ਸਕਦੇ, ਕਿਉਂਕਿ ਗੁਰੂ ਦੀ ਅੰਸ਼ ਵੰਸ਼ ਹੈ। ਤੀਰ ਮਲ ਕੋ ਕੁਛ ਨ ਕਹੀਜਾ। ਆਪਣੇ ਬੰਦਿਆਂ ਨੂੰ ਕਹਿੰਦਾ ਬਾਬਾ ਮੱਖਣ ਸ਼ਾਹ ਵੀ ਧੀਰਮਲ ਨੂੰ ਨਾ ਕੁਛ ਕਿਹਾ ਜੇ, ਆਪਾਂ ਉਹਨੂੰ ਡੰਡਾ ਸੋਟਾ ਨਹੀਂ ਮਾਰਨਾ, ਕਿਉਂ? ਗੁਰੂ ਦਾ ਪੁੱਤਰ ਹੈ, ਅਕਸਰ ਨੂੰ ਬਾਬੇ ਗੁਰਦਿੱਤੇ ਦਾ ਪੁੱਤਰ ਹੈ, ਗੁਰੂ ਹਰਗੋਬਿੰਦ ਸਾਹਿਬ ਦਾ ਪੋਤਾ ਹੈ। ਕਹੋ ਮਸੰਦ ਬੰਦ ਕਰ ਲੀਜਾ। ਤੇ ਮਸੰਦਾਂ ਨੂੰ ਬੰਨ ਲਓ, ਸੰਗਲ ਮਾਰ ਲਓ, ਸਾਰਿਆਂ ਨੂੰ ਹੱਥ ਕੜੀਆਂ ਲਾ ਲਓ, ਇਹਨਾਂ ਦੀ ਬਾਹਾਂ ਬੰਨ ਕੇ ਲੰਮੇ ਪਾ ਕੇ ਡੰਗ ਫੇਰੋ ਇਹਨਾਂ ਨੂੰ, ਤਾਂ ਕਿ ਇਹ ਮਸੰਦੀ ਅੱਗ ਲਾਉਂਦੇ ਸੀ। ਧੀਰਮਲ ਤਾਂ ਕਹਿੰਦਾ ਸੀ ਵੀ ਤੁਸੀਂ ਮੇਰੇ ਚਾਚੇ ਦੇ ਗੋਲੀ ਨਾ ਚਲਾਇਆ ਜੇ, ਓਦਾਂ ਮਾੜ ਜਿਹਾ ਡਰਾ ਦਿਆ ਜੇ। ਤੇ ਇਹ ਕਹਿੰਦੇ ਸੀ ਤੁਸੀਂ ਬਾਬਾ ਜੀ ਤੁਸੀਂ ਗੱਦੀ ਤੇ ਬੈਠੇ ਰਹੋ, ਅਸੀਂ ਜਾਣੀਏ ਤੇ ਗੁਰੂ ਤੇਗ ਬਹਾਦਰ ਸਾਹਿਬ ਜਾਣ, ਅਸੀਂ ਆਪੇ ਕਰਾਂਗੇ। ਇਹਨਾਂ ਨੇ ਵੱਧ ਕੇ ਕੰਮ ਕੀਤਾ, ਜਿਹੜਾ ਵੱਧ ਕੇ ਕੰਮ ਕੀਤਾ ਹੈ ਇਹਦੇ ਕਰਕੇ ਇਹਨਾਂ ਨੂੰ ਕਰਮ ਦੀ ਸਜ਼ਾ ਦੇਣੀ ਹੈ। ਹੱਥ ਪਿਛਾਰੀ ਕਰਕੇ ਦੋਏ। ਕਹਿੰਦੇ ਇਹਨਾਂ ਦੇ ਮਸੰਦਾਂ ਦੇ ਹੱਥ ਪਿੱਛੇ ਕਰਕੇ ਬੰਨ ਲੈਣੇ ਐ। ਦਾਮਨ ਸਾਥ ਬਾਂਧ ਲਿਓ ਸੋਏ। ਰੱਸੀਆਂ ਨਾਲ ਬੰਨ ਲਓ, ਜਿਵੇਂ ਹੱਥ ਕੜੀਆਂ ਲਾਈ ਦੀਆਂ ਨੇ, ਪਿਛਾਂ ਕਰਕੇ ਹੱਥ ਮੁਸ਼ਕਾਂ ਬੰਨੋ ਇਹਨਾਂ ਦੀਆਂ। ਸਗਰੀ ਵਸਤ ਸੰਭਾਰ ਉਠਾਵਹ। ਸਾਰਾ ਸਾਜੋ ਸਮਾਨ ਗੁਰੂ ਘਰ ਦਾ ਸਾਰਾ ਚੁੱਕਣਾ ਹੈ। ਸਤਿਗੁਰ ਕੇ ਘਰ ਕੋ ਪਹੁੰਚਾਵਹ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਘਰ ਪਹੁੰਚਾਣਾ। ਜਿੰਨਾ ਹੀ ਲੁੱਟ ਕੇ ਲਿਆਏ ਨੇ ਉਹਦਾ ਆਪਾਂ ਲੈਣਾ ਹੀ ਹੈ, ਇਹਨਾਂ ਦਾ ਵੀ ਨਹੀਂ ਆਪਾਂ ਛੱਡਣਾ, ਉਹ ਵੀ ਲੈ ਜਾਣਾ ਚੱਕ ਕੇ ਨਾਲ। ਹਾਂਜੀ, ਇਮ ਕਹ ਮੱਖਣ ਰਿਸ ਔਰ ਭਰ ਕੇ। ਇਹ ਤਾਂ ਮੱਖਣ ਸ਼ਾਹ ਬੜੇ ਗੁੱਸੇ ਵਿੱਚ ਆ ਕੇ ਕਹਿ ਰਿਹਾ ਹੈ। ਬਦਨ ਬਲੋਚਨ ਆਰਣ ਕਰਕੇ। ਅੱਖਾਂ ਲਾਲ ਹੋਈਆਂ ਪਈਆਂ ਗੁੱਸੇ ਦੇ ਨਾਲ, ਨਿਰਭੈ ਹੋਏ ਜਿਮ ਕੇ ਹਰ ਕਰੂਰ। ਜਿਵੇਂ ਬੱਬਰ ਸ਼ੇਰ ਨੂੰ ਗੁੱਸਾ ਆਇਆ ਹੁੰਦਾ ਹੈ। ਪਿਖ ਅਜੋਗਤਾ ਤਪਤਿਓ ਪੂਰ। ਏਦਾਂ ਇਹਨਾਂ ਧੀਰਮਲੀਆਂ ਦੀ ਕਰਤੂਤ ਦਾ ਗੁੱਸਾ ਬਾਬੇ ਮੱਖਣ ਸ਼ਾਹ ਨੂੰ ਚੜਿਆ ਹੈ। ਹੋਵਨ ਮ੍ਰਿਤੂ ਨੀਕ ਮੁਖ ਜਾਨਾ। ਹਾਂ, ਉਹਨੇ ਆਖਿਆ ਜੇ ਮਰ ਵੀ ਗਏ ਨਾ ਤੇ ਕੋਈ ਗੱਲ ਨਹੀਂ, ਇਹ ਮੌਤ ਵੀ ਸਾਡੀ ਸਫਲ ਹੀ ਹੋਵੇਗੀ। ਤਿਕ ਜੀਵਨ ਲਖ ਗੁਰ ਅਪਮਾਨਾ। ਗੁਰੂ ਦਾ ਅਪਮਾਨ ਵੇਖ ਕੇ ਜੀਣਾ ਇਹ ਤ੍ਰਿਗ ਹੈ, ਲਾਨਤ ਯੋਗ ਹੈ। ਹਾਂਜੀ, ਗੁਰ ਕੀ ਨਿੰਦਾ ਸੁਣੀ ਨਾ ਜਾਏ। ਗੁਰੂ ਦੀ ਨਿੰਦਾ ਨਹੀਂ ਸੁਣੀ ਜਾਂਦੀ, ਗੁਰੂ ਦਾ ਅਪਮਾਨ ਨਹੀਂ ਸੁਣਿਆ ਜਾਂਦਾ, ਇਹ ਬਰਦਾਸ਼ਤ ਨਹੀਂ ਹੁੰਦਾ। ਦੁਸ਼ਟ ਬਾਕ ਜਬ ਕਹਿਤ ਬਨਾਏ। ਜਦੋਂ ਕੋਈ ਦੁਸ਼ਟ ਬੰਦਾ ਏਦਾਂ ਦੀ ਗੱਲ ਕਰਦਾ ਹੈ। ਪਾਪ ਆਤਮਾ ਕਮਤ ਅਸਾਧੂ। ਹਾਂ, ਇਹ ਪਾਪੀ ਬੰਦੇ, ਪਾਪ ਆਤਮਾ, ਮੋਟੀ ਖੋਟੀ ਬੁੱਧੀ ਵਾਲੇ, ਅਸਾਧੂ, ਜਿਨ੍ਹਾਂ ਨੇ ਕੋਈ ਮਨ ਸਾਧਿਆ ਹੀ ਨਹੀਂ, ਕੋਈ ਭਗਤੀ ਸਿਮਰਨ ਕੀਤਾ ਹੀ ਨਹੀਂ, ਗੁਰੂ ਘਰ ਦੀ ਸੇਵਾ ਕੀਤੀ ਹੀ ਨਹੀਂ, ਇਹੋ ਜਿਹੇ ਦੁਸ਼ਟ ਬੰਦੇ ਜਿਹੜੇ ਹਨ, ਪਿਖਤ ਜੇ ਕਰਹਿ ਗੁਰੂ ਅਪਰਾਧੂ। ਜਿਹੜੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਰੇਆਮ ਅਪਮਾਨ ਕਰਦੇ ਨੇ, ਅਪਰਾਧ ਕਰਦੇ ਨੇ। ਸੋ ਕਿਮ ਸਹਿਓ ਜਾਏ ਸਿੱਖ ਪਾਹੀ। ਉਹ ਸਿੱਖਾਂ ਕੋਲੋਂ ਨਹੀਂ ਜਰਿਆ ਜਾਂਦਾ। ਸਿੱਖ ਹਰ ਗੱਲ ਬਰਦਾਸ਼ਤ ਕਰ ਸਕਦਾ ਹੈ, ਪਰ ਗੁਰੂ ਦੀ ਨਿੰਦਾ, ਗੁਰੂ ਦਾ ਅਪਮਾਨ, ਗੁਰੂ ਦੀ ਨਰਾਦਰੀ ਨਹੀਂ ਸਹਿ ਸਕਦਾ। ਨੀਕੀ ਮ੍ਰਿਤੂ ਲਖ ਹੈ ਮਨ ਮਾਹੀ। ਉਹ ਆਪਣੀ ਮੌਤ ਨੂੰ ਹੀ ਪਸੰਦ ਕਰਦਾ, ਮੌਤ ਨੂੰ ਹੀ ਪ੍ਰਵਾਨ ਕਰਦਾ। ਮੇਰੀ ਮੌਤ ਆ ਜਾਏ, ਮੈਂ ਮਰ ਜਾਵਾਂ, ਗੁਰੂ ਦੇ ਸਨਮੁਖ
ਪਰ ਗੁਰੂ ਦਾ ਅਪਮਾਨ ਨਾ ਵੇਖ ਸਕਾਂ। ਤਲਾ ਨ ਰੰਚਕ ਸਹਿ ਹੈ ਜੋਏ। ਆਪਣੇ ਗੁਰੂ ਦਾ ਨਿਰਾਦਰ ਨਹੀਂ ਸਹਿ ਸਕਦਾ। ਤੋਲਾ ਤਰੈ ਸਹਿ ਕਿਮ ਸੋਏ। ਕਹਿੰਦੇ ਜਿਹੜੀ ਤਕੜੀ ਇੱਕ ਮਾਸਾ ਨਹੀਂ ਸਹਿ ਸਕਦੀ, ਉਹ ਕਹਿੰਦੇ ਤੋਲਾ ਕਿਵੇਂ ਸਹਿ ਸਕਦੀ ਹੈ। ਬਿਮਲ ਹਿਰਦਾ ਨਹਿ ਕੁਬਚ ਸਹਿਤ ਹੈ। ਕਹਿੰਦੇ ਜਿਹਨਾਂ ਦਾ ਹਿਰਦਾ ਨਿਰਮਲ ਹੁੰਦਾ ਹੈ ਉਹ ਕਿਸੇ ਦੇ ਮਾੜੇ ਕੀਤੇ ਹੋਏ ਇਹੋ ਜਿਹੇ ਕਰਤੂਤਾਂ ਨੂੰ ਸਹਿ ਨਹੀਂ ਸਕਦਾ, ਕਿਉਂਕਿ ਉਹਨੇ ਕਦੀ ਕੀਤਾ ਨਹੀਂ ਹੁੰਦਾ ਕਿਸੇ ਨਾਲ। ਵਲ ਛਲ ਕਰਨ ਵਾਲੇ ਬੰਦੇ ਜਿਹੜੇ ਹਨ, ਕਪਟੀ ਬੰਦੇ, ਉਹ ਦੂਜਿਆਂ ਨਾਲ ਵਲ ਛਲ ਕਰਦੇ ਆ। ਜਦੋਂ ਉਹਨਾਂ ਨਾਲ ਹੁੰਦਾ ਉਹ ਸਹਿ ਵੀ ਲੈਂਦੇ। ਕਿਉਂ? ਉਹਨਾਂ ਨੂੰ ਪਤਾ ਹੁੰਦਾ ਅਸੀਂ ਇਹਨਾਂ ਨਾਲ ਕੀਤਾ, ਇਹ ਸਾਡੇ ਨਾਲ ਕਰ ਗਏ, ਕੱਲ ਨੂੰ ਫਿਰ ਅਸੀਂ ਇਹਦੇ ਨਾਲ ਕਰ ਲਾਂਗੇ। ਉਹਨਾਂ ਦੀ ਤਾਂ ਆਦਤ ਹੁੰਦੀ ਹੈ। ਉਹ ਤਾਂ ਝੂਠ ਬੋਲ ਲੈਣਾ, ਝੂਠ ਸਹਿ ਲੈਣਾ, ਦੋ ਚਾਰ ਗਾਲਾਂ ਕੱਢ ਲੈਣੀਆਂ, ਦੋ ਚਾਰ ਕਿਸੇ ਤੋਂ ਗਾਲਾਂ ਖਾ ਲੈਣੀਆਂ, ਆਦਤ ਬਣੀ ਹੁੰਦੀ। ਪਰ ਜਿਹੜੇ ਬੰਦੇ ਦਾ ਮਨ ਸਾਫ਼ ਹੈ, ਉਹਨੇ ਕਦੀ ਕਿਸੇ ਦਾ ਬੁਰਾ ਕੀਤਾ ਨਹੀਂ, ਫਿਰ ਉਹਦਾ ਕੋਈ ਬੁਰਾ ਕਰੇ ਫਿਰ ਉਹਦੇ ਕੋਲ ਸਹਿ ਨਹੀਂ ਜਾਂਦਾ। ਸੋ ਗੁਰੂ ਕੇ ਸਿੱਖਾਂ ਦੇ ਮਨ ਵਿੱਚ ਗੁੱਸਾ ਸੀ। ਮੱਖਣ ਸ਼ਾਹ ਕੋਲੋਂ ਜਰਿਆ ਨਹੀਂ ਗਿਆ ਵੀ ਸਾਡੇ ਗੁਰੂ ਦੀ ਇੰਨੀ ਨਿਰਾਦਰੀ ਕਰਕੇ ਗਿਆ ਧੀਰਮਲ ਦਾ ਬੰਦਾ। ਗੁਰ ਅਪਮਾਨ ਸੁ ਕਥਨ ਲਹਤ ਹੈ। ਗੁਰੂ ਦੇ ਅਪਮਾਨ ਨੂੰ ਕਿਵੇਂ ਬਰਦਾਸ਼ਤ ਕਰ ਸਕਦਾ ਹੈ ਨਿਰਮਲ ਹਿਰਦੇ ਵਾਲਾ ਸਿੱਖ। ਸ਼ਬਦ ਹੋਏ ਅਬ ਮੱਖਣ ਸ਼ਾਹ। ਮੱਖਣ ਸ਼ਾਹ ਨੂੰ ਇਸ ਤਰ੍ਹਾਂ ਗੁੱਸਾ ਆ ਗਿਆ। ਤਿਸ ਡੇਰੇ ਪਰ ਪਰਿਓ ਉਮਾਹ। ਤੇ ਉਹ ਜਾ ਕੇ ਉਹਦੇ ਡੇਰੇ ਤੇ ਜਾ ਪਿਆ ਤੇ ਜਾ ਕੇ ਡੇਰਾ ਲੁੱਟਿਆ। ਫਿਰ ਧੀਰਮਲ ਦਾ ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ।